ਉਹਨਾਂ ਨੇ ਸਟੇਟ ਵੱਲੋਂ ਜਿਨ੍ਹਾਂ ਲੋਕਾਂ ਨੇ ਕਤਲ ਕੀਤੇ ਸਟੇਟ ਵੱਲੋਂ ਕੀਤੇ। ਹੁਣ ਜਿਹੜੀ ਦਲੀਲ ਤਾਂ ਇਹ ਹੈ ਕਿ ਟਿਲ ਡੈਥ ਅੰਦਰ ਰਹਿਣ ਦੀ ਗੱਲ ਹੈ, ਉਹ ਸਰਕਾਰ ਕੋਲੇ ਤਾਕਤ ਹੈਗੀ ਆ ਵੀ ਉਹ ਲੋਕ ਭਾਵਨਾਵਾਂ ਦੇ ਅਨੁਸਾਰ ਫੈਸਲਾ ਲੈ ਸਕਦੀ ਹੈ। ਇਹ ਬੰਦੇ ਜਰ ਜੋਰੂ ਜ਼ਮੀਨ ਲਈ ਅੰਦਰ ਨਹੀਂ ਗਏ, ਉਸ ਕਾਜ ਕਰਕੇ ਸੰਗਤ ਇੱਥੇ ਜੁੜੀ ਹੈ। ਇਹ ਕਿਸੇ ਦਾ ਨਿੱਜੀ ਨਹੀਂ ਹੈ, ਇਹਨਾਂ ਦਾ ਸਬੰਧ ਇਹ ਕਹਿਣ ਵੀ ਨਹੀਂ, ਪਰ ਇਸ ਮੋਰਚੇ ਦਾ ਸਬੰਧ ਇਹਨਾਂ ਦੇ ਉਸ ਵੱਡੇ ਕੌਮੀ ਕਾਜ ਦੇ ਨਾਲ ਹੈ। ਅਸੀਂ ਏਜੰਸੀਆਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਵੀ ਇਹਨਾਂ ਨੇ ਅੰਦਰ ਬੈਠਿਆਂ ਕੋਈ ਫਰੌਤੀ ਨਹੀਂ ਲਈ, ਅੰਦਰ ਬੈਠਿਆਂ ਕੋਈ ਕਤਲ ਨਹੀਂ ਕਰਵਾਇਆ। ਤੁਹਾਡੇ ਕੋਲੇ ਕਿਹੜਾ ਇਹੋ ਜਿਹਾ ਮੀਟਰ ਹੈ ਵੀ ਇਹਨਾਂ ਦੇ ਬਾਹਰ ਆਉਣ ਨਾਲ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈਗੀ ਉਹ ਬਦਤਰ ਹੋ ਜੂਗੀ। कोई ऐसी अदालत या ऐसा कोई कानून या ऐसा कोई सिस्टम नहीं सी कि बेअंत सिंह ਨੂੰ ਉਹਦੇ ਕੁਕਰਮਾਂ ਦੀ ਸਜ਼ਾ ਦਿੱਤੀ ਜਾਵੇ। ਤੇ ਹੋਰ ਤਾਂ ਜਿਹੜੀਆਂ ਹਿਊਮਨ ਰਾਈਟਸ ਜਥੇਬੰਦੀਆਂ ਨੇ ਉੱਥੇ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ SLP ਫਾਈਲ ਕਰਕੇ ਉਹ ਫਾਂਸੀ ਤੇ ਅੱਜ ਤੱਕ ਜਿਹੜਾ ਰੁਕੀ ਹੋਈ ਆ, ਔਰ ਉਹਦੇ ਤੇ ਜਵਾਬ ਵੀ ਮੰਗਿਆ ਜਾ ਰਿਹਾ ਹੈ। ਉਹਨਾਂ ਦੀ ਲਗਭਗ 30 ਸਾਲ ਕੁਝ ਮਹੀਨੇ ਹੋ ਗਏ ਆ। ਕੀ ਪੈਮਾਨਾ ਫਿਰ ਇੱਕ ਸਧਰਮ ਸੀ ਸਿਸਟਮ ਸਮਝਣਾ ਪੈਣਾ ਕਿ ਪੋਲੀਟੀਕਲ ਉਦੋਂ ਇੱਕ ਐਸਾ ਵੈਂਡਾਟਾ ਚੱਲ ਰਿਹਾ ਸੀ ਕਿ ਜੇ ਕਾਰਾ ਨਾ ਕੀਤਾ ਜਾਂਦਾ ਤਾਂ ਬੜਾ ਨੁਕਸਾਨ ਹੋਣਾ ਸੀ। ਮਹਾਲੀ ਦੇ ਬਾਈਪੀਐਸ ਚੌਕ ਤੇ ਲੱਗਿਆ ਹੈ ਕੌਮੀ ਇਨਸਾਫ ਮੋਰਚਾ ਪੂਰੀਆਂ ਬੁਲੰਦੀਆਂ ਤੇ ਹੈ, ਪਰ ਹੁਣ ਇੱਕ ਚਰਚਾ ਇਹ ਚੱਲ ਪਈ ਹੈ ਕਿ ਜੋ 9 ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰਾਉਣ ਦੇ ਵਿੱਚ ਪੇਚਾ ਕਿੱਥੇ ਫਸਿਆ ਹੋਇਆ। ਬਿੱਟੂ ਕਹਿੰਦੇ ਨੇ, ਰਵਨੀਤ ਬਿੱਟੂ ਕਹਿੰਦੇ ਨੇ ਕਿ ਇਹਨਾਂ ਸਿੰਘਾਂ ਨੂੰ ਰਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਬਾਹਰ ਆ ਕੇ ਗੜਬੜ ਕਰ ਸਕਦੇ ਨੇ। ਰਾਜੋਆਣਾ ਨੇ ਵੀ ਕੁਝ ਸਵਾਲ ਖੜੇ ਕੀਤੇ ਨੇ ਕਿ ਮੇਰਾ ਇਸ ਮੋਰਚੇ ਨਾਲ ਕੋਈ ਸੰਬੰਧ ਨਹੀਂ, ਪਰ ਅਸੀਂ ਗੱਲ ਕਰਾਂਗੇ ਜੋ ਬੰਦੀ ਸਿੰਘ ਨੇ ਉਹਨਾਂ ਬਾਰੇ। ਪਹਿਲਾਂ ਤੁਸੀਂ ਫੋਟੋ ਦੇਖੋ ਭਾਈ ਜਗਤਾਰ ਸਿੰਘ ਹਵਾਰਾ ਦੀ। ਜਗਤਾਰ ਸਿੰਘ ਹਵਾਰਾ ਤੇ ਕਿੰਨੇ ਕੇਸ ਆ, ਕਿੰਨੇ ਕੇਸ ਪੈਂਡਿੰਗ ਨੇ, ਕਿੰਨੀ ਹੁਣ ਤੱਕ ਇਹ ਸਜ਼ਾ ਕੱਟ ਚੁੱਕੇ ਨੇ, ਇਹਦੇ ਬਾਰੇ ਗੱਲ ਕਰਾਂਗੇ। ਮੇਰੇ ਨਾਲ ਨੇ ਬਲਵਿੰਦਰ ਸਿੰਘ ਮੋਰਚੇ ਦੇ ਮੁੱਖ ਪ੍ਰਬੰਧਕ, ਨਾਲ ਐਡਵੋਕੇਟ ਦਲਸੇਰ ਸਿੰਘ। ਪਹਿਲਾਂ ਮੈਂ ਬਲਵਿੰਦਰ ਸਿੰਘ ਨਾਲ ਗੱਲ ਕਰਾਂਗਾ, ਉਸ ਤੋਂ ਬਾਅਦ ਲਗਾਤਾਰ ਗੱਲ ਦਲਸੇਰ ਸਿੰਘ ਜੰਡਿਆਲਾ ਨਾਲ ਕਰਾਂਗੇ। ਤੁਹਾਡੇ ਨਾਲ ਤਾਂ ਇਹੀ ਗੱਲ ਆ ਜੀ, ਬੰਦੀ ਸਿੰਘਾਂ ਦੇ ਡਿਟੇਲ ਕੇਸਾਂ ਬਾਰੇ ਤੁਹਾਨੂੰ ਨੌਲੇਜ ਹੋਏਗੀ। ਕਿੰਨੇ ਸਾਲ ਇਹਨਾਂ ਨੂੰ ਹੋ ਗਏ ਜੇਲ੍ਹਾਂ ਵਿੱਚ ਬੈਠਿਆਂ ਨੂੰ, ਜੋ ਸਾਰੀਆਂ ਫੋਟੋ ਇੱਥੇ ਨਜ਼ਰ ਆ ਰਹੀਆਂ। ਦੇਖੋ ਇਹਨਾਂ ਤੇ ਪੂਰਨ ਡਿਟੇਲ ਜਿਹੜੀ ਹੈਗੀ ਆ ਉਹ ਐਡਵੋਕੇਟ ਦਲਸ਼ੇਰ ਸਿੰਘ ਜੀ ਦੇਣਗੇ, ਇਹ ਵੀ ਪ੍ਰਬੰਧਕਾਂ 'ਚ ਸ਼ਾਮਲ ਨੇ। ਮੈਂ ਤਾਂ ਕੇਵਲ 2-3 ਗੱਲਾਂ ਕਹਿਣੀਆਂ ਚਾਹੂੰਗਾ। ਪਹਿਲੀ ਗੱਲ ਤਾਂ ਇਹ ਕਿ ਜਿਹੜੀਆਂ ਉਮਰ ਕੈਦ ਦੀਆਂ ਸਜ਼ਾਵਾਂ ਭਾਰਤ ਦੇ ਵਿੱਚ ਕਿਸੇ ਕਾਤਲ ਨੂੰ ਦਿੱਤੀਆਂ ਜਾਂਦੀਆਂ, ਉਹ ਸਜ਼ਾਵਾਂ ਤੋਂ ਦੁੱਗਣੀਆਂ ਸਜ਼ਾਵਾਂ ਇਹ ਪੂਰੀਆਂ ਕਰ ਚੁੱਕੇ ਆ ਜਿੰਨੇ ਵੀ ਬੰਦਿਆਂ ਦੀ ਆਪਾਂ ਗੱਲ ਕਰ ਰਹੇ ਹਾਂ। ਦੂਜੀ ਗੱਲ ਇਹ ਹੈ ਕਿ ਸਰਕਾਰ, ਜੇ ਆਪਾਂ ਇਹ ਦਲੀਲ ਦਿੰਦੇ ਹਾਂ ਕਿ ਜੱਜ ਨੇ ਇਹ ਲਿਖਿਆ ਹੈ ਕਿ ਮਰਨ ਤੱਕ ਇਹਨਾਂ ਨੂੰ ਜੇਲ੍ਹ 'ਚ ਰੱਖਣਾ, ਤਾਂ ਇਹ ਗੱਲ ਤਾਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਦੇ ਕਾਤਲਾਂ ਬਾਰੇ ਵੀ ਸੀ। ਠੀਕ ਹੈ, ਉੱਥੇ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਦੇਸ਼ ਦੀ ਸੰਸਦ ਕੋਲ ਔਰ ਵਿਧਾਨ ਸਭਾ ਕੋਲ ਲੋਕਾਂ ਦੀਆਂ ਭਾਵਨਾਵਾਂ ਅਨੁਕੂਲ ਕੋਈ ਫੈਸਲਾ ਕਰਨਾ ਉਹਦੀ ਤਾਕਤ ਹੈ, ਉਹ ਕਰ ਸਕਦੇ ਆ। ਉਹਨਾਂ ਨੇ ਸਟੇਟ ਵੱਲੋਂ ਜਿਨ੍ਹਾਂ ਲੋਕਾਂ ਨੇ ਕਤਲ ਕੀਤੇ ਸਟੇਟ ਵੱਲੋਂ ਕੀਤੇ, ਉਹਨਾਂ ਬਹੁਤ ਵੱਡੇ ਅਫਸਰਾਂ ਨੂੰ ਜਿਹੜਾ ਹੈਗਾ ਕਿਸੇ ਨੂੰ 2 ਸਾਲਾਂ ਬਾਅਦ, ਕਿਸੇ ਨੂੰ 3 ਸਾਲਾਂ ਬਾਅਦ ਛੱਡਤਾ। ਉਹਦੇ ਤੋਂ ਇਲਾਵਾ ਜਿਹੜੇ ਹੋਰ ਵੀ ਕਤਲ ਹੋਏ ਲੋਕ ਭਾਵਨਾਵਾਂ ਨਾਲ ਜੁੜੇ ਹੋਏ ਸੀ, ਜਿਵੇਂ ਮਨਜੀਤ ਸਿੰਘ ਧਨੇਰ ਹੋਰਾਂ ਤੇ ਕਤਲ ਕੇਸ ਸੀ, ਤਾਂ ਉਹ ਸਾਰੇ ਜਿਹੜੇ ਬੰਦੇ ਸੀਗੇ ਉਹ ਸਰਕਾਰ ਨੇ ਫੈਸਲਾ ਲੈ ਕੇ ਰਿਹਾ ਕੀਤੇ। ਹੁਣ ਜਿਹੜੀ ਦਲੀਲ ਤਾਂ ਇਹ ਹੈ ਕਿ ਟਿਲ ਡੈਥ ਅੰਦਰ ਰਹਿਣ ਦੀ ਗੱਲ ਹੈ, ਉਹ ਸਰਕਾਰ ਕੋਲੇ ਤਾਕਤ ਹੈਗੀ ਆ ਵੀ ਉਹ ਲੋਕ ਭਾਵਨਾਵਾਂ ਦੇ ਅਨੁਸਾਰ ਫੈਸਲਾ ਲੈ ਸਕਦੀ ਹੈ। ਇਹ ਬੰਦੇ ਜਰ ਜੋਰੂ ਜ਼ਮੀਨ ਲਈ ਅੰਦਰ ਨਹੀਂ ਗਏ। ਉਹਨਾਂ ਭਾਵਨਾਵਾਂ ਤੇ ਉਹਨਾਂ ਹਾਲਾਤਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਜਿਸ ਸਮੇਂ ਅਦਾਲਤਾਂ ਕੋਈ ਸੁਣਵਾਈ ਨਹੀਂ ਸੀ ਕਰ ਰਹੀਆਂ, ਵਿਧਾਨ ਪਾਲਿਕਾ ਕੋਈ ਸੁਣਵਾਈ ਨਹੀਂ ਸੀ ਕਰ ਰਹੀ, ਕਾਰਜਪਾਲਿਕਾ ਨੇ ਹਨੇਰੀ ਠਾਈ ਹੋਈ ਸੀਗੀ ਜ਼ੁਲਮ ਕਰਨ ਦੀ, ਉਸ ਵੇਲੇ ਇਹਨਾਂ ਨੇ ਹਥਿਆਰ ਚੁੱਕੇ। ਠੀਕ ਹੈ, ਸਿੱਖੀ ਦੀਆਂ ਪਰੰਪਰਾਵਾਂ ਅਨੁਸਾਰ ਚੁੱਕੇ, ਤਾਂ ਉਹਨਾਂ ਸਾਰੇ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਇਹ ਕੇਸ ਵਿਚਾਰੇ ਜਾਣੇ ਚਾਹੀਦੇ ਆ। ਦੂਜੀ ਗੱਲ ਵਿੱਚ ਮੈਂ ਤੁਹਾਨੂੰ ਟੋਕਦਾ, ਆਪਾਂ ਅੱਜ ਵਾਲੇ ਪੁਆਇੰਟ ਤੇ ਵੀ ਆ ਜਾਈਏ। ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ। ਅਮਰ ਸਿੰਘ ਚਹਿਲ ਉੱਤੇ ਦੋਸ਼ ਲਾਏ ਨੇ ਕਿ ਏਜੰਸੀਆਂ ਦਾ ਬੰਦਾ, ਉਹਦੇ ਬਾਰੇ ਥੋੜ੍ਹਾ ਸਪਸ਼ਟ ਕਰ ਦਿਓ। ਬਾਕੀ ਆਪਾਂ ਇਹ ਬੰਦੀ ਸਿੰਘਾਂ ਬਾਰੇ ਡਿਟੇਲ 'ਚ ਮੈਂ ਦਲਸੇਰ ਜੀ ਨਾਲ ਗੱਲ ਕਰ ਲਵਾਂਗਾ। ਦੇਖੋ, ਜਿਹੜੀ ਗੱਲ ਭਾਈ ਰਾਜੋਆਣਾ ਜੀ ਨੇ ਕਹੀ ਹੈ, ਉਹਨਾਂ ਦਾ ਸੰਬੰਧ, ਉਹਨਾਂ ਦਾ ਵਰਸ਼ਨ ਹੈ ਕਿ ਨਹੀਂ, ਪਰ ਮੈਂ ਬਹੁਤ ਨਿਮਰਤਾ ਸਹਿਤ ਦੱਸਣਾ ਚਾਹੁੰਦਾ ਹੈ ਕਿ ਇੱਥੋਂ ਦੀ ਸੰਗਤ ਦਾ ਸੰਬੰਧ ਉਸ ਕੌਮੀ ਕਾਜ ਦੇ ਨਾਲ ਹੈ
ਜਿਹਦੇ ਮਤਲਬ ਇਹ ਇੱਕ ਪਾਰਟ ਸੀਗੇ। ਇਹ ਸੰਗਤ ਕੌਮ ਦੇ ਉਸ ਵੱਡੇ ਕਾਰਜ ਜਿਹੜਾ ਇਹਨਾਂ ਨੇ ਕੀਤਾ ਹੈ, ਸਿੱਖੀ ਦਾ ਘਾਣ ਕਰਨ ਵਾਲੇ ਤੇ ਸਿੱਖਾਂ ਦੇ ਕਾਤਲਾਂ ਨੂੰ ਜਿਹੜੀ ਸਜ਼ਾ ਦਿੱਤੀ ਹੈ, ਜਿਸ ਵੇਲੇ ਅਦਾਲਤਾਂ ਦੇ ਬੂਹੇ ਬੰਦ ਹੋ ਗਏ, ਉਸ ਕਾਜ ਕਰਕੇ ਸੰਗਤ ਇੱਥੇ ਜੁੜੀ ਹੈ। ਇਹ ਕਿਸੇ ਦਾ ਨਿੱਜੀ ਨਹੀਂ ਹੈ, ਇਹਨਾਂ ਦਾ ਸਬੰਧ ਇਹ ਕਹਿਣ ਵੀ ਨਹੀਂ, ਪਰ ਇਸ ਮੋਰਚੇ ਦਾ ਸਬੰਧ ਇਹਨਾਂ ਦੇ ਉਸ ਵੱਡੇ ਕੌਮੀ ਕਾਜ ਦੇ ਨਾਲ ਹੈ। ਇਹਨਾਂ ਨੇ ਕੌਮ ਦਾ ਫਰਜ਼ ਨਿਭਾਇਆ, ਕੌਮ ਨੇ ਹੁਣ ਆਪ ਦਾ ਫਰਜ਼ ਨਿਭਾਉਣਾ ਵੀ ਸੰਵਿਧਾਨ ਮੁਤਾਬਕ ਇਹਨਾਂ ਨੂੰ ਬਾਹਰ ਲੈ ਕੇ ਆਉਣਾ। ਦੂਜੀ ਜਿਹੜੀ ਇੰਪੋਰਟੈਂਟ ਗੱਲ ਮੈਂ ਕਹਿਣੀ ਚਾਹੁੰਦਾ ਉਹ ਇਹ ਆ, ਜਿਹੜੀ ਇਹਨਾਂ ਨੇ ਚਾਹਲ ਸਾਹਿਬ ਬਾਰੇ ਦੱਸੀ ਹੈਗੀ ਆ, ਵੀ ਚਾਹਲ ਸਾਹਿਬ ਏਜੰਸੀਆਂ ਦੇ ਬੰਦੇ ਨੇ। ਦੇਖੋ, ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਹਿਲੇ ਦਿਨ ਤੋਂ ਉਹ ਵਕੀਲ ਨੇ, ਉਸ ਵੇਲੇ ਤੋਂ ਵਕੀਲ ਨੇ ਜਿਸ ਵੇਲੇ ਇਹ ਹੋਰ ਸਿੰਘਾਂ ਦੇ ਵੀ ਕੇਸ ਲੜਦੇ ਹੁੰਦੇ ਸੀਗੇ। ਠੀਕ ਹੈ, ਇਹਨਾਂ ਨਾਲ ਕਿਤੇ ਗੁੱਸਾ ਗਿਲਾ ਹੋਇਆ, ਉਹ ਗੱਲਾਂ ਪੁਰਾਣੀਆਂ ਉਹ ਕਰਦੇ ਰਹਿੰਦੇ ਆ ਚਾਹਲ ਸਾਹਿਬ ਵੀ। ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਉਹ ਜਦੋਂ ਉਹਨਾਂ ਤੇ ਦਿੱਲੀ 'ਚ ਕੋਈ ਕੇਸ ਨਹੀਂ, ਇੱਥੇ ਲਿਆਉਣ ਦੀ ਲੜਾਈ ਵੀ ਨਾਲ ਲੜ ਰਹੇ ਆ, ਆਪਦੇ ਮਤਲਬ ਜਿਹੜਾ ਉਹਨਾਂ ਦਾ ਮਤਲਬ ਕਾਨੂੰਨੀ ਲੜਾਈ, ਕਾਨੂੰਨੀ ਨਜ਼ਰੀਏ। ਫਿਰ ਹੁਣ ਜਥੇਦਾਰ ਜਗਤਾਰ ਸਿੰਘ ਹਵਾਰਾ ਇੰਨੇ ਹੀ ਕਮਲੇ ਨੇ ਵੀ ਉਹ ਸਰਕਾਰ ਦੀਆਂ ਏਜੰਸੀਆਂ ਦੇ ਇੱਕ ਬੰਦੇ ਨੂੰ ਵਕੀਲ ਮੰਨੀ ਬੈਠੇ ਨੇ। ਸੈਕਿੰਡ, ਜੇ ਇਹ ਹੈਗੇ ਵੀ ਨੇ ਤਾਂ ਹੁਣ ਇਹ ਮੋਰਚੇ ਦੇ ਪ੍ਰਬੰਧਕਾਂ 'ਚ ਨੇ। ਅਸੀਂ ਇਹਨਾਂ ਨੂੰ ਪੁੱਛ ਲਾਂਗੇ ਵੀ ਜੇ ਤੁਸੀਂ ਹੈਗੇ ਹੋ ਤਾਂ ਫਿਰ ਆਪਾਂ ਬਈ ਤਕੜੇ ਹੋ ਕੇ ਇੱਥੇ ਕਾਹਨੂੰ ਚੱਕ ਮਾਰੀ ਜਾਂਦੇ ਆ, ਆਪਾਂ ਏਜੰਸੀਆਂ ਨਾਲ ਗੱਲ ਕਰਕੇ ਇਹਨਾਂ ਨੂੰ ਬਾਹਰ ਲੈ ਆਈਏ। ਅਸੀਂ ਏਜੰਸੀਆਂ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਇਹਨਾਂ ਨੇ ਅੰਦਰ ਬੈਠਿਆਂ ਕੋਈ ਫਰੌਤੀ ਨਹੀਂ ਲਈ, ਅੰਦਰ ਬੈਠਿਆਂ ਕੋਈ ਕਤਲ ਨਹੀਂ ਕਰਵਾਇਆ। ਤੁਹਾਡੇ ਕੋਲੇ ਕਿਹੜਾ ਇਹੋ ਜਿਹਾ ਮੀਟਰ ਹੈ ਵੀ ਇਹਨਾਂ ਦੇ ਬਾਹਰ ਆਉਣ ਨਾਲ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈਗੀ ਉਹ ਬਦਤਰ ਹੋ ਜੂਗੀ। ਭਾਈ ਲਾਲ ਸਿੰਘ ਬਾਹਰ ਆਏ 29 ਸਾਲਾਂ ਬਾਅਦ, ਠੀਕ ਹੈ ਜੀ। ਭਾਈ ਦਇਆ ਸਿੰਘ ਬਾਹਰ ਆਏ 28 ਸਾਲਾਂ ਬਾਅਦ। ਭਾਈ ਦਲਜੀਤ ਸਿੰਘ ਬਿੱਟੂ ਨੂੰ ਬਾਹਰ ਆਇਆ 15 ਸਾਲ ਹੋ ਗਏ। 500 ਕੇਸ ਉਹਨਾਂ ਤੇ ਉਸ ਮੌਕੇ ਸੀਗੇ, 500 ਤੋਂ ਵੱਧ ਸਾਰਿਆਂ 'ਚੋਂ ਬਰੀ ਹੋਏ ਨੇ ਉਹ। ਹਾਂ, ਸਾਰਿਆਂ 'ਚੋਂ ਬਰੀ ਹੋਏ। ਉਹਨਾਂ ਨੇ ਬਾਹਰ ਆ ਕੇ ਕਿਹੜਾ ਅਮਨ ਕਾਨੂੰਨ ਭੰਗ ਕਰਤਾ? ਫਿਰ ਸਰਕਾਰ ਉਹ ਪੈਮਾਨਾ ਤਾਂ ਦੱਸੇ ਵੀ ਕਿਹੜਾ ਪੈਮਾਨਾ ਲਾ ਕੇ ਅੰਦਰ ਰੱਖ ਰਹੇ ਨੇ। ਸੋ ਬਾਕੀ ਡਿਟੇਲ ਜਿਹੜੀ ਹੈਗੀ ਹੈ ਇਹ ਵੀਰ ਜੀ ਹੋਰੀ ਦੇਣਗੇ, ਕਿਉਂਕਿ ਇਹ ਬਹੁਤ ਗਹਿਰਾਈਆਂ ਦੇ ਨਾਲ ਜਿਹੜਾ ਹੈਗਾ ਇਹ ਸਾਰਾ ਕੇਸ ਦਿਲ ਤੋਂ ਲੜ ਰਹੇ ਆ। ਠੀਕ ਹੈ, ਸੋ ਇਹ ਸਨ ਬਲਵਿੰਦਰ ਸਿੰਘ। ਹੁਣ ਅਸੀਂ ਗੱਲ ਕਰਾਂਗੇ ਦਲਸੇਰ ਸਿੰਘ ਜੰਡਿਆਲਾ ਨਾਲ। ਜਗਤਾਰ ਸਿੰਘ ਹਵਾਰਾ ਦੀ ਫੋਟੋ ਦੇਖੋ, ਜੋ 27 ਸਾਲ ਤੋਂ ਲਿਖਿਆ ਹੋਇਆ ਕਿ 27 ਸਾਲ ਤੋਂ ਜੇਲ੍ਹ 'ਚ ਨਜ਼ਰਬੰਦ ਨੇ। ਹਾਂਜੀ ਖਾਲਸਾ ਜੀ, ਪਹਿਲਾਂ ਹਵਾਰਾ ਬਾਰੇ ਕੇਸ 'ਚ ਥੋੜਾ ਜਾਣਕਾਰੀ ਦੇ ਦਿਓ ਕਿ ਇਹਨਾਂ ਤੇ ਕਿਹੜੇ ਕੇਸ 'ਚ ਇਹਨਾਂ ਨੂੰ ਸਜ਼ਾ ਹੋ ਚੁੱਕੀ ਹੈ, ਕਿੰਨੀ ਸਜ਼ਾ ਪੂਰੀ ਹੋ ਚੁੱਕੀ ਹੈ ਤੇ ਕਿੰਨੀ ਵੱਧ ਸਜ਼ਾ ਇਹ ਕੱਟ ਚੁੱਕੇ ਨੇ। ਦੇਖੋ, ਪਹਿਲਾਂ ਆਪਾਂ ਬੇਅੰਤ ਸਿੰਘ ਐਸੀਨੇਸ਼ਨ ਦੀ ਕੇਸ ਕਰੀਏ, ਜਿਹੜਾ 1995 31 ਅਗਸਤ ਨੂੰ ਕਾਰਾ ਹੋਇਆ ਹੈ, ਜਿਹਦੇ ਵਿੱਚ ਬੇਅੰਤ ਸਿੰਘ ਦੇ ਚੀਥੜੇ ਉੱਡੇ ਨੇ। ਉਹਦੇ ਪਿੱਛੇ ਬਹੁਤ ਵੱਡਾ ਸਧਰਮ ਸੀ ਵੀ ਕਿ ਉਹਦੀ ਅਸੈਸੀਨੇਸ਼ਨ ਕਿਉਂ ਕਰਨੀ ਪਈ। ਉਹਦਾ ਆਪਾਂ ਸਾਰਿਆਂ ਨੂੰ ਪਤਾ ਕਿ ਜਿੰਨੀ ਫੇਕ ਇਨਕਾਊਂਟਰਸ ਪੰਜਾਬ 'ਚ ਹੋਏ ਨੇ ਜਾਂ ਲਵਾਰਿਸ ਲਾਸ਼ਾਂ ਕਹਿ ਕੇ ਨੌਜਵਾਨਾਂ ਤੇ ਬੀਬੀਆਂ ਨੂੰ ਸਾੜਿਆ ਗਿਆ ਹੈ, ਉਹਦੇ ਪਿੱਛੇ ਬੇਅੰਤ ਸਿੰਘ ਦਾ ਸਭ ਤੋਂ ਵੱਡਾ ਰੋਲ ਹੈਗਾ। ਕੋਈ ਐਸੀ ਅਦਾਲਤ ਜਾਂ ਐਸਾ ਕੋਈ ਕਾਨੂੰਨ ਜਾਂ ਐਸਾ ਕੋਈ ਸਿਸਟਮ ਨਹੀਂ ਸੀ ਕਿ ਬੇਅੰਤ ਸਿੰਘ ਨੂੰ ਉਹਦੇ ਕੁਕਰਮਾਂ ਦੀ ਸਜ਼ਾ ਦਿੱਤੀ ਜਾਵੇ, ਜਿੱਦਾਂ ਇੰਦਰਾ ਗਾਂਧੀ ਨੂੰ ਵੀ ਨਹੀਂ ਦਿੱਤੀ ਜਾ ਸਕਦੀ ਸੀ, ਜੋ ਕੁਕਰਮ ਉਹਨੇ 1984 ਦੇ ਵਿੱਚ ਗੋਲਡਨ ਟੈਂਪਲ 'ਤੇ ਹਮਲਾ ਕਰਕੇ ਕੀਤਾ। ਸੋ ਰਵਾਇਤੀ ਤੌਰ 'ਤੇ ਜੋ ਖਾਲਸਾ ਆਪਣਾ ਬਦਲਾ ਲੈਂਦਾ ਹੈ, ਉਹਨਾਂ ਨੇ ਇਸ ਧਰਮ ਨੂੰ ਫੇਕ ਇਨਕਾਊਂਟਰ ਦੀ ਲੜੀ ਤੋੜਨ ਲਈ ਇਹ ਸਾਰਾ ਸਿਸਟਮ ਕੀਤਾ। 1995 ਤੋਂ ਜਿਹੜਾ ਵਾ ਇਹ ਜਗਤਾਰ ਸਿੰਘ ਹਵਾਰਾ ਸਾਹਿਬ, ਉਸ ਤੋਂ ਬਾਅਦ ਭਾਈ ਬਲਵੰਤ ਸਿੰਘ ਰਾਜੋਵਾਣਾ, ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ। ਬੇਅੰਤ ਸਿੰਘ ਕਤਲ ਕੇਸ ਦੇ ਵਿੱਚ ਨੇ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਧਿਆਉਰਾ ਤੇ ਨਾਲ ਬਲਵੰਤ ਸਿੰਘ ਰਾਜੋਆਣਾ ਤੇ ਨਾਲ ਜਣੀ ਇਹ ਹੋ ਗਏ 1 2 3 7 ਬੰਦੇ, ਪੂਰੇ 7 ਜਿਹੜੇ ਸਿੰਘ ਨੇ ਉਹ ਬੇਅੰਤ ਸਿੰਘ ਕਤਲ ਕੇਸ ਨਾਲ ਨੇ। ਇਹਨਾਂ ਤੇ ਕਿੰਨੇ ਕੁ ਪਰਚੇ ਦਰਜ ਹੋਏ ਸੀ ਉਸ ਮੌਕੇ, ਜਾਂ ਜਿਵੇਂ ਹਵਾਰਾ ਦੇ ਉੱਤੇ ਬਾਅਦ ਵਿੱਚ ਜੇਲ੍ਹ ਬ੍ਰੇਕਿੰਗ ਦਾ ਵੀ ਹੋ ਗਿਆ ਸੀਗਾ? ਜਗਤਾਰ ਸਿੰਘ ਤਾਰਾ ਜੀ, ਇਹਨਾਂ ਤੇ ਜਦੋਂ ਇਹ ਕੇਸ ਚੱਲਿਆ 1995 ਤੋਂ ਲੈ ਕੇ 2009 ਤੱਕ ਇਹ ਟਰਾਇਲ ਚੱਲਦਾ ਰਿਹਾ। ਉਹ ਸਾਰਾ ਟਰਾਇਲ ਜਿਹੜਾ ਵਾ ਮੁੱਖ ਤੌਰ ਤੇ ਅਮਰ ਸਿੰਘ ਚਾਲ ਨੇ ਲੜਿਆ। ਟਰਾਇਲ ਦੇ ਦਰਮਿਆਨ ਜਿਹੜੀਆਂ ਸਜ਼ਾਵਾਂ ਹੁੰਦੀਆਂ, ਜਗਤਾਰ ਸਿੰਘ ਹਵਾਰਾ ਸਾਹਿਬ ਨੂੰ ਫਾਂਸੀ ਦੀ ਸਜ਼ਾ, ਰਾਜੋਵਾਣਾ ਸਾਹਿਬ ਨੂੰ ਫਾਂਸੀ ਦੀ ਸਜ਼ਾ, ਬਾਕੀ ਸਾਰਿਆਂ ਨੂੰ ਸਿੰਪਲ ਲਾਈਫ। ਫਾਂਸੀ ਦੀ ਸਜ਼ਾ ਜਦੋਂ ਜਗਤਾਰ ਸਿੰਘ ਹਵਾਰਾ ਸਾਹਿਬ ਨੂੰ ਜਿਹੜਾ ਸੁਣਾਈ ਜਾਂਦੀ ਆ, ਉਹਦੀ ਅਪੀਲ ਕੀਤੀ ਜਾਂਦੀ ਹੈ ਹਾਈ ਕੋਰਟ 'ਚ। ਅਪੀਲ ਦੇ ਵਿੱਚ ਜੱਜ ਸਾਹਿਬ, ਉਹਨਾਂ ਦਾ ਹਾਈ ਕੋਰਟ ਦੇ ਜੱਜ ਸਾਹਿਬ ਫਾਂਸੀ ਦੀ ਸਜ਼ਾ ਨੂੰ ਡੈਥ ਸੈਂਟੈਂਸ ਤੋਂ ਕਮਿਊਟ ਕਰਕੇ ਲਾਈਫ 'ਚ ਕਰ ਦਿੰਦੇ ਨੇ। ਇੱਕ ਵਰਡ ਨਾਲ ਉਹ ਲਿਖ ਕੇ ਜਾਂਦੇ ਨੇ ਕਿ ਟਿਲ ਡੈਥ ਉਹਨਾਂ ਨੂੰ ਜੇਲ੍ਹ 'ਚ ਰਹਿਣਾ ਪਏਗਾ।
ਇਦਾਂ ਹੀ ਜਦੋਂ ਰਾਜੋਆਣਾ ਸਾਹਿਬ ਦੀ ਗੱਲ ਕਰਦੇ ਆ, ਉਹਨਾਂ ਨੇ ਅਪੀਲ ਨਹੀਂ ਕੀਤੀ। ਤੁਹਾਨੂੰ ਯਾਦ ਹੋਏਗਾ ਕਿ ਇੱਕ ਵਾਰ ਇੱਥੇ ਤੱਕ ਆਰਡਰਸ ਆ ਗਏ ਸੀ ਕਿ ਇਹਨਾਂ ਨੂੰ ਫਾਂਸੀ ਦੇ ਦਿੱਤੀ। ਬਿਲਕੁਲ, ਉਹ 2012 ਦੀ ਗੱਲ ਹੈ। ਹਾਂਜੀ 12 ਦੀ। ਉਦੋਂ ਫਿਰ ਸੰਗਤ ਨੇ ਖਾਲਸਾਈ ਨਿਸ਼ਾਨ ਝੁਲਾਏ, ਬਹੁਤ ਵੱਡਾ ਪ੍ਰੈਸ਼ਰ ਕ੍ਰੀਏਟ ਹੋਇਆ, ਫਾਂਸੀ ਟਲੀ। ਉਸ ਤੋਂ ਬਾਅਦ AGPC ਨੇ ਤੇ ਹੋਰ ਜਿਹੜੀਆਂ ਹਿਊਮਨ ਰਾਈਟਸ ਜਥੇਬੰਦੀਆਂ ਨੇ ਉੱਥੇ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ SLP ਫਾਈਲ ਕਰਕੇ ਉਹ ਫਾਂਸੀ ਤੇ ਅੱਜ ਤੱਕ ਜਿਹੜਾ ਰੁਕੀ ਹੋਈ ਆ, ਔਰ ਉਹਦੇ ਤੇ ਜਵਾਬ ਵੀ ਮੰਗਿਆ ਜਾ ਰਿਹਾ ਹੈ, ਖਾਸ ਕਰਕੇ ਯੂਨੀਅਨ ਗਵਰਨਮੈਂਟ। ਅਜੇ ਵੀ ਰਾਸ਼ਟਰਪਤੀ ਕੋਲ ਪਿਆ। ਹਾਂਜੀ, ਉਹ ਹਜੇ ਵੀ ਜਿਹੜਾ ਕੰਸੀਡਰੇਸ਼ਨ ਆ ਗਵਰਨਮੈਂਟ ਕੋ ਵੀ ਕੀ ਕਰਨਾ, ਉਹ 4-5 ਦਫਾ ਡੇਟਾਂ ਲੈ ਚੁੱਕੇ ਨੇ। ਇਹ ਕੇਸ ਦੇ ਵਿੱਚ ਹੁਣ ਇਹਨਾਂ ਨੂੰ ਟਿਲ ਡੈਥ ਦੀ ਸਜ਼ਾ ਰਾਜੋਆਣਾ ਸਾਹਿਬ ਦੀ ਕੰਸੀਡਰੇਸ਼ਨ ਤੇ ਆ। ਬਾਕੀ ਬੰਦੀ ਸਿੰਘਾਂ ਦੀ ਗੱਲ ਅਸੀਂ ਕਰਦੇ ਹਾਂ, ਉਹ ਸਾਰਿਆਂ ਦੀ ਲਾਈਫ। ਹੁਣ ਪ੍ਰੋਬਲਮ ਇੱਥੇ ਆ, ਲਾਈਫ ਕੀ ਹੁਣ ਤੁਸੀਂ ਸਮਝੋਗੇ। ਹੁਣ ਇਹ ਕੋਰਟ ਇਹਨਾਂ ਨੂੰ ਕਿਉਂ ਨਹੀਂ ਛੱਡਦੀ? ਇਹਨਾਂ ਦੀਆਂ 30-30 ਸਾਲ ਦੀਆਂ ਕਸਟਡੀਆਂ। ਹੁਣ ਸਭ ਤੋਂ ਜ਼ਿਆਦਾ ਕਸਟਡੀ ਭਾਈ ਗੁਰਮੀਤ ਸਿੰਘ ਦੀ, ਉਹਨਾਂ ਦੀ ਲਗਭਗ 30 ਸਾਲ ਕੁਛ ਮਹੀਨੇ ਹੋ ਗਏ ਆ। ਕੀ ਪੈਮਾਨਾ ਫਿਰ ਰਾਜੋਆਣੇ ਬਲਵੰਤ ਸਿੰਘ ਦਾ ਤੇ ਅਸੀਂ ਮੰਨ ਲਿਆ ਕਿ ਕੰਸੀਡਰੇਸ਼ਨ ਆ, ਉਹਨਾਂ ਦੀ ਹਜੇ ਫਾਂਸੀ ਟੁੱਟਣੀ ਆ। ਤੇ ਹਵਾਰਾ ਸਾਹਿਬ ਦੀ ਜਿਹੜੀ ਉਹਨਾਂ ਨੇ ਕਮਿਊਟ ਕੀਤੀ ਟਿਲ ਡੈਥ, ਤੇ ਜਿਹੜੀ ਹਵਾਰਾ ਸਾਹਿਬ ਦੀ ਇਹਨਾਂ ਨੇ ਕਿਹਾ ਕਿ ਟਿਲ ਡੈਥ ਵਾਲੀ, ਉਸ ਤੋਂ ਬਾਅਦ ਕੁਝ ਸੁਪਰੀਮ ਕੋਰਟ ਦੇ ਐਵੇਂ ਦੇ ਫੈਸਲੇ ਆ ਗਏ ਕਿ ਪਹਿਲਾਂ ਰਿਹਾ ਕੀਤਾ ਜਾ ਸਕਦਾ ਹੈ, ਜਾਂ ਸਰਕਾਰ ਵੀ ਆਪਣੇ ਲੈਵਲ ਤੇ ਫੈਸਲਾ ਚੰਗੇ ਆਚਰਣ ਕਰਕੇ ਲੈ ਸਕਦੀ ਆ। ਹਵਾਰਾ ਸਾਹਿਬ ਦੀ ਜੇ ਘੱਟ ਕਰਨੀ ਹੋਵੇ, ਉਹਦੇ ਬਾਰੇ ਕੋਈ ਕਾਨੂੰਨੀ ਚਾਰਾਜੀ ਕਰੋਗੇ? ਕੋਈ ਤੁਹਾਨੂੰ ਦੁਬਾਰੇ ਕੇਸ ਕਰਨਾ ਪਊ ਕੋਰਟ 'ਚ, ਜਾਂ ਫਿਰ ਪੰਜਾਬ ਸਰਕਾਰ ਕੋਈ ਮਤਾ ਪਾਵੇ ਵਿਧਾਨ ਸਭਾ 'ਚ, ਜਾਂ ਫਿਰ ਕੇਂਦਰ ਸਰਕਾਰ ਕੋਈ ਡਿਸੀਜਨ ਲਵੇ? ਹਵਾਰੇ ਵਾਲੀ ਜਿਹੜੀ ਹੈਗੀ ਆ, ਉਹ ਟਿਲ ਡੈਥ ਤੋਂ ਲੈ ਕੇ ਜਿਹੜੀ ਉਮਰ ਕੈਦ ਵਾਲੀ ਸਿੰਪਲ ਹੋ ਜਾਵੇ, ਉਹਦੇ ਲਈ ਫਿਰ ਕਿਹੜੇ ਰਾਹ ਬਚਦੇ ਨੇ? ਦੇਖੋ, ਇੱਕ ਗੱਲ ਹੈਗੀ ਹੈ ਕਿ ਕਾਨੂੰਨੀ ਰਾਹ ਬਹੁਤ ਲੰਬਾ। ਜਦੋਂ ਉਹਨਾਂ ਨੂੰ ਉਹਨਾਂ ਦੀ ਸੈਂਟੈਂਸ ਡੈਥ ਤੋਂ ਕਰਕੇ ਲਾਈਫ 'ਚ ਕਮਿਊਟ ਕੀਤੀ ਗਈ ਆ, CBI ਨੇ ਸੁਪਰੀਮ ਕੋਰਟ 'ਚ ਅਪੀਲ ਕਰਤੀ ਸੀ ਕਿ ਉਹ ਗਲਤ ਕਮਿਊਟ ਕੀਤੀ ਹੈ, ਇਹਨਾਂ ਨੂੰ ਫਾਂਸੀ ਦਿਓ। ਉਹ ਹਜੇ ਤੱਕ ਪੈਂਡਿੰਗ ਹੈ ਸੁਪਰੀਮ ਕੋਰਟ 'ਚ। ਇੱਕ ਬੰਨੇ ਸੁਪਰੀਮ ਕੋਰਟ ਕਹਿੰਦੀ ਹੈ ਕਿ ਜਿੱਥੇ 10 ਸਾਲ ਤੋਂ ਅਪੀਲ ਪੈਂਡਿੰਗ ਹੋਣ, ਉਹਨਾਂ ਨੂੰ ਜ਼ਮਾਨਤ ਮਿਲਣੀ ਚਾਹੀਦੀ, ਉਹ ਜ਼ਮਾਨਤ ਵੀ ਨਹੀਂ ਦਿੰਦੇ। ਹੁਣ ਪ੍ਰੋਬਲਮ ਇਹ ਆ ਕਿ ਇਹਨਾਂ ਬੰਦੀ ਸਿੰਘਾਂ ਨੂੰ ਕਿਸੇ ਬੰਨੇ ਆਪਾਂ ਜਦੋਂ ਇੱਕ ਭਾਵਨਾਤਕ ਤੌਰ ਤੇ ਦੇਖਦੇ ਆ ਤੇ ਲੀਗਲ ਪ੍ਰੋਸਪੈਕਟਿਵ ਤੇ ਦੇਖਦੇ ਆ, ਸਾਡੇ ਕੋਲ ਪ੍ਰੈਜ਼ੀਡੈਂਟ ਸੈੱਟ ਆ ਕਿ ਰਾਜੀਵ ਗਾਂਧੀ ਦੇ ਕਾਤਲ ਜਿਨ੍ਹਾਂ ਨੇ ਰਾਜੀਵ ਗਾਂਧੀ ਨੂੰ ਕੀਤਾ PM ਹੁੰਦਿਆਂ ਅਸੈਸੀਨੇਟ ਕੀਤਾ, ਉਹ 27 ਸਾਲ ਬਾਅਦ ਛੱਡ ਦਿੱਤੇ ਗਏ। ਉਹਨਾਂ ਨੂੰ ਵੀ ਟਿਲ ਡੈਥ ਸੀ, ਉਹਨਾਂ ਦੀ ਟਿਲ ਡੈਥ ਕਿੱਥੇ ਗਈ? ਉਹਨਾਂ ਨੂੰ ਸੁਪਰੀਮ ਕੋਰਟ ਹਿਊਮਨਟੇਰੀਅਨ ਗਰਾਊਂਡ ਤੇ ਛੱਡਦੀ ਆ। ਕਿੱਦਾਂ ਛੱਡਦੀ ਆ? ਤਮਿਲਨਾਡੂ ਦੀ ਸਰਕਾਰ ਇੱਕ ਰੈਜ਼ੋਲੂਸ਼ਨ ਫਾਈਲ ਕਰਦੀ ਆ ਕਿ ਇਹਨਾਂ ਬੰਦਿਆਂ ਨੇ ਲੋੜ ਤੋਂ ਵੱਧ ਸਜ਼ਾ ਕੱਟ ਲਈ ਆ। ਲਾਈਫ ਅੱਜ ਤੱਕ ਕੋਈ ਐਗਜ਼ਾਮਪਲ ਨਹੀਂ ਹੈਗਾ ਕਿਸੇ ਨੂੰ ਲਾਈਫ ਤੱਕ ਰੱਖਿਆ ਹੋਵੇ। ਕੋਈ ਸ਼ੋਰੀ ਰਾਮ ਵਰਗੇ ਜਿਹੜੇ ਬੁੱਚੜਾਂ ਵਾਂਗੂ, ਜਿਨ੍ਹਾਂ ਨੇ ਮੁਰਗੀਆਂ ਵਾਂਗੂ ਬੰਦੇ ਵੱਡੇ ਨੇ, ਉਹਨਾਂ ਬੰਦਿਆਂ ਨੂੰ ਰਿਹਾ ਕੀਤਾ ਗਿਆ। ਇੱਕ ਸਧਰਮ ਸੀ ਸਿਸਟਮ, ਸਮਝਣਾ ਪੈਣਾ ਕਿ ਪੋਲੀਟੀਕਲ ਉਦੋਂ ਇੱਕ ਐਸਾ ਵੈਂਡਾਟਾ ਚੱਲ ਰਿਹਾ ਸੀ ਕਿ ਜੇ ਇਹ ਕਾਰਨ ਨਾ ਕੀਤਾ ਜਾਂਦਾ ਤਾਂ ਬੜਾ ਨੁਕਸਾਨ ਹੋਣਾ ਸੀ। ਕਿ ਕਾਨੂੰਨੀ ਰਾਹ ਲੰਮਾ ਹੈ। ਜੇਕਰ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਹਵਾਰਾ ਤੋਂ ਬਿਨਾਂ ਜਿਹੜੇ ਬਾਕੀ ਜਿਨ੍ਹਾਂ ਨੂੰ ਸਾਰਿਆਂ ਨੂੰ ਸਜ਼ਾ ਹੋ ਚੁੱਕੀ ਹੈ, ਹਵਾਰੇ ਦੇ ਬਾਰੇ ਵੀ ਮਤਾ ਪਾ ਸਕਦੇ ਆ ਕਿ ਇਹਨਾਂ ਨੂੰ ਕੇਵਲ ਉਮਰ ਕੈਦ ਸਿੰਪਲ ਵਾਲੀ ਰੱਖੀ ਜਾਵੇ, ਬਾਕੀਆਂ ਨੂੰ ਰਿਹਾ ਕੀਤਾ ਜਾਵੇ। ਜੇ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਕੋਈ ਮਤਾ ਲੈ ਕੇ ਆਉਂਦੀ ਆ, ਕਿਉਂਕਿ ਫਿਰ ਚੰਡੀਗੜ੍ਹ ਦੇ ਨੂੰ ਭੇਜਦੀ ਆ ਜਾਂ ਕੇਂਦਰ ਸਰਕਾਰ ਨੂੰ ਭੇਜਦੀ ਆ, ਚੰਡੀਗੜ੍ਹ ਦੇ ਜਿਹੜਾ ਪ੍ਰਸ਼ਾਸਨ ਕੋਈ ਫੈਸਲੇ ਲੈ ਸਕਦਾ ਇਹਨਾਂ ਨੂੰ ਰਹੀ ਦਾ? ਦੇਖੋ, ਇਹਦੀ ਜਿਹੜੀ ਮਾਮਲਾ ਹੈਗਾ ਉਹ UT ਹੋਣ ਕਰਕੇ ਡਾਇਰੈਕਟ ਇੰਟਰਫੇਰੈਂਸ ਜਿਹੜੀ ਆ ਪ੍ਰੈਜ਼ੀਡੈਂਟ ਦੀ ਆਉਣੀ ਆ। ਗਵਰਨਰ ਨਹੀਂ ਕਰ ਸਕਦਾ, ਗਵਰਨਰ ਕੋ ਨਹੀਂ ਇਹ ਹੈਗਾ। ਹਾਂ, ਗਵਰਨਰ ਇੱਕ ਗੱਲ ਕਰ ਸਕਦਾ, ਰਿਕਮੈਂਡੇਸ਼ਨ ਭੇਜ ਸਕਦਾ। ਹੁਣ ਰਿਕਮੈਂਡੇਸ਼ਨ ਦੀ ਤੁਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀ ਕਿ ਜੇਲ੍ਹ ਸਟੇਟ ਸਬਜੈਕਟ ਆ। ਦਵਿੰਦਰਪਾਲ ਭੁੱਲਰ ਦੀ ਕਲੀਅਰੈਂਸ ਕੀਤੀ ਨੋਟੀਫਿਕੇਸ਼ਨ ਕਰਕੇ ਸੈਂਟਰਲ ਗਵਰਨਮੈਂਟ ਨੇ 2019 ਦੇ ਵਿੱਚ 550 ਸਾਲਾਨਾ ਪ੍ਰਕਾਸ਼ ਪੁਰਬ ਤੇ। ਉਹ ਅੱਜ ਤੱਕ 4 ਸਾਲ ਹੋ ਗਏ ਨੇ, ਉਹ ਕਿਉਂ ਨਹੀਂ ਰਿਹਾ ਹੋ ਪਾ ਰਹੇ? ਕਿਉਂਕਿ ਸਟੇਟ ਸਬਜੈਕਟ ਹੋਣ ਕਰਕੇ ਇਹਨਾਂ ਨੇ ਕਲੀਅਰੈਂਸ ਦੇਣੀ ਆ ਦਿੱਲੀ ਨੇ ਕਿ ਸਾਨੂੰ ਕੋਈ ਇਤਰਾਜ਼ ਨਹੀਂ, ਇਹਨੂੰ ਛੱਡ ਦਿਓ। ਉਹ ਨਹੀਂ ਦੇ ਰਹੇ। ਹੁਣ ਸੈਂਟਰਲ ਗਵਰਨਮੈਂਟ ਜੇ ਨੋਟੀਫਿਕੇਸ਼ਨ ਵੀ ਕਰ ਦੇ ਕਿ ਇਹਨਾਂ ਨੂੰ ਛੱਡ ਦਿਓ ਤੇ ਸਟੇਟ ਅੜਿੱਕਾ ਪਾ ਸਕਦੀ ਹੈ। ਸਟੇਟ ਦਾ ਅੜਿੱਕਾ ਆਮ ਆਦਮੀ ਚੀਫ ਮਿਨਿਸਟਰ ਪਾ ਸਕਦਾ, ਦਿੱਲੀ ਪਾਇਆ ਉੱਦਾਂ ਭੁੱਲਰ ਵਾਲੇ ਮਾਮਲੇ 'ਚ ਇੱਥੇ ਪੰਜਾਬ ਵਾਲੇ ਹੀ ਪਾ ਸਕਦੇ। ਪਰ ਇਹਨਾਂ ਨੂੰ ਤੁਸੀਂ ਇਹਨਾਂ ਤੇ ਕੋਈ ਪ੍ਰੈਸ਼ਰ ਬਿਲਡ ਕਰ ਰਹੇ ਹੋ ਕਿ ਪੰਜਾਬ ਸਰਕਾਰ ਦਾ ਘੱਟੋ ਘੱਟ ਡਿਸੀਜਨ ਲਵੇ ਬੰਦੀ ਸਿੰਘਾਂ ਦੇ ਪੱਖ 'ਚ। ਪਰ ਜੋ TV ਤੇ ਡਿਬੇਟ ਹੁੰਦੀ ਆ, ਆਮ ਆਦਮੀ ਪਾਰਟੀ ਦਾ ਜਿਹੜਾ ਬੁਲਾਰਾ ਬੋਲਦਾ ਹੈ, ਉਹ ਕਹਿੰਦਾ ਕੌਮੀ ਇਨਸਾਫ ਮੋਰਚਾ ਸਹੀ ਆ, ਉਹਨਾਂ ਦੀਆਂ ਮੰਗਾਂ ਸਹੀ ਨੇ, ਫਿਰ ਸਰਕਾਰ ਅੱਗੇ ਕਿਉਂ ਨਹੀਂ ਵਧ ਰਹੀ? ਦੇਖੋ, ਇੱਕ ਗੱਲ ਆ, ਰੈਜ਼ੋਲੂਸ਼ਨ ਜਦੋਂ ਉਹ ਪਾ ਦੇਣਗੇ ਨਾ ਜੀ, ਰੈਜ਼ੋਲੂਸ਼ਨ ਮੀਨਸ ਕਿ ਉਹ ਇਹਨਾਂ ਦੀ ਰਿਹਾਈ ਤੋਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਇੱਕ ਤੇ ਪ੍ਰੈਜ਼ੀਡੈਂਟ ਇਹ ਸੈੱਟ ਹੋ ਜਾਏਗਾ, ਉਸ ਤੋਂ ਬਾਅਦ ਸੈਂਟਰਲ ਗਵਰਨਮੈਂਟ ਦੀ ਮਰਜ਼ੀ ਆ, ਉਹਨਾਂ ਨੇ ਉਹ ਪਾਵਰ ਐਕਸਰਸਾਈਜ਼ ਕਰਕੇ ਬੰਦੇ ਛੱਡ ਦਿੰਦੇ ਨੇ। ਕਿਉਂਕਿ
ਬੀਜੇਪੀ ਦੇ ਕਈ ਸਪੋਕਸਮੈਨਸ ਨੇ ਇਹ ਗੱਲ ਕਰਤੀ ਆ ਕਿ ਅਸੀਂ ਛੱਡਣ ਨੂੰ ਤਿਆਰ ਹਾਂ, ਪਹਿਲਾਂ ਤੁਸੀਂ ਪੰਜਾਬ ਸਟੇਟ ਅਸੈਂਬਲੀ ਤੋਂ ਮਤਾ ਪਵਾਓ। ਔਰ ਕਾਨੂੰਨਨ ਤੌਰ ਤੇ ਇਹ ਚਾਹੀਦਾ ਵੀ ਹੈ, ਜੇ ਇਹ ਚਾਹੁੰਦੇ ਨੇ ਕਿ ਸਾਡੇ ਪੰਜਾਬ ਦੇ ਵਸਿੰਦੇ ਆ ਉਹਨਾਂ ਨੂੰ ਛੱਡਿਆ ਜਾਵੇ ਤੇ ਇਹਨਾਂ ਨੂੰ ਪ੍ਰੋਬਲਮ ਕੀ ਆ, ਇਹ ਛੱਡ ਦੇਣ। ਐਕਸਰਸਾਈਜ਼ ਤੇ ਉਹਨਾਂ ਨੇ ਕਰਨੀ ਆ। ਆਰਟੀਕਲ 72 ਥੱਲੇ ਪ੍ਰੈਜ਼ੀਡੈਂਟ ਆਫ ਇੰਡੀਆ ਜਿੰਨਾ ਮਰਜ਼ੀ ਵੱਡਾ ਜੁਰਮ ਕੀਤਾ ਹੋਵੇ ਉਹ ਇੱਕਦਮ ਬੰਦੇ ਦੀ ਸਜ਼ਾ ਤੋੜ ਸਕਦਾ, ਖਤਮ ਕਰ ਸਕਦਾ। ਐਗਜ਼ਾਮਪਲ ਆ ਆਪਣੇ ਕੋਲ, ਐਗਜ਼ਾਮਪਲ ਦੇ ਤੌਰ ਤੇ ਗਵਰਨਰ ਕੋ 151 ਥੱਲੇ ਇਹ ਪਾਵਰ ਹੈਗੀ ਆ। ਕਿੰਨੇ ਫੇਕ ਇਨਕਾਊਂਟਰ ਕਰਨ ਵਾਲੇ ਪੁਲਿਸ ਆਫੀਸਰਸ ਨੂੰ ਸੀਐਮ ਜਿਹੜਾ ਗਵਰਨਰ ਨੇ ਛੱਡਿਆ ਕੈਬਨਿਟ ਦੇ ਕਹਿਣ ਤੇ। ਜੇ ਆਪਾਂ ਉਹਨਾਂ ਦਾ ਕੇਸ ਲਿਖਦੇ ਹਾਂ ਬਿਲਕਸ ਬਾਨੋ ਦੇ ਕਾਤਲਾਂ ਦਾ, ਉਹਨਾਂ ਨੂੰ ਵੀ ਇਸੇ ਅਧੀਨ ਛੱਡਿਆ ਗਿਆ, ਗਵਰਨਰ ਨੇ ਛੱਡਤਾ। ਸੋ ਅਸੀਂ ਇਹ ਕਹਿੰਦੇ ਹਾਂ ਜਦੋਂ ਕਾਨੂੰਨ ਇਹ ਮਾਨਤਾ ਦਿੰਦਾ ਤੇ ਇਹਨਾਂ ਬੰਦਿਆਂ ਨੂੰ ਤੁਸੀਂ ਕਿਉਂ ਨਹੀਂ ਛੱਡਦੇ। ਹੁਣ ਭੁੱਲਰ ਸਾਹਿਬ ਵਾਲੀ ਆ ਜਿਹੜੀ, ਉਹ ਦਿੱਲੀ ਦਾ ਕੇਸ ਆ, ਉਹਨਾਂ ਦਾ ਦਿੱਲੀ ਦਾ ਕੇਸ ਆ। ਸੈਂਟਰਲ ਗਵਰਨਮੈਂਟ ਨੇ ਕਲੀਅਰ ਕਰਤਾ ਕਿ ਇਹਨੂੰ ਛੱਡ ਦਿਓ, ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ। ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਦਿੱਲੀ ਦਾ ਕੇਜਰੀਵਾਲ ਨਹੀਂ ਛੱਡਣਾ ਚਾਹੁੰਦਾ, ਇਹ ਹੁਣ ਸਵਾਬ ਉਹਨੂੰ ਪੁੱਛਿਆ ਜਾਏਗਾ। ਇਸੇ ਕਰਕੇ ਤੇ ਇੱਥੇ ਮੋਰਚਾ ਲੱਗਾ। ਬਿਲਕੁਲ ਜੋ 7 ਨੇ ਬੇਅੰਤ ਸਿੰਘ ਕਤਲ ਕੇਸ ਨਾਲ ਸੰਬੰਧਿਤ ਬੰਦੀ ਸਿੰਘ, ਉਹਨਾਂ ਬਾਰੇ ਡਿਟੇਲ 'ਚ ਗੱਲ ਕਰ ਰਹੀ ਆ। ਹਵਾਰਾ ਜੋ ਜਗਤਾਰ ਸਿੰਘ ਹਵਾਰਾ ਨੇ ਟਿਲ ਡੈਥ ਦੇ ਜਿਹੜੇ ਆਰਡਰ ਨੇ, ਉਮਰ ਕੈਦ ਜਿਹੜੀ ਹੁੰਦੀ ਹੈ, ਪਰ ਬਾਕੀਆਂ ਦੀ ਆਮ ਉਮਰ ਕੈਦ ਆ, ਬਾਕੀਆਂ ਦੀ ਰਿਹਾਈ ਸਹਿਜੇ ਹੋ ਸਕਦੀ ਆ। ਹੁਣ ਭਾਈ ਗੁਰਦੀਪ ਸਿੰਘ ਖਹਿੜਾ ਦੀ ਜਿਹੜੀ ਗੱਲ ਹੈ, ਉਹ ਭਾਵੇਂ ਕਿ ਪੈਰੋਲ ਤੇ ਬਾਹਰ ਆ ਗਏ ਨੇ, ਇਹਨਾਂ ਦਾ ਕੇਸ ਕੀ ਆ, ਇਹਨਾਂ ਦੀ ਰਿਹਾਈ 'ਚ ਕੀ ਟਾਂਟਾ, ਕਿਉਂਕਿ 32 ਸਾਲ ਇਹ ਲਗਾਤਾਰ ਜੇਲ੍ਹ 'ਚ ਬੰਦ ਨੇ, 32 ਸਾਲ ਹੋ ਗਏ ਨੇ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹਨਾਂ ਤੇ 2 ਕੇਸ ਸਨ ਟਾਡਾ ਤੇ, ਇੱਕ ਦਿੱਲੀ ਬੰਬ ਬਲਾਸਟ ਦਾ ਸੀ, ਇੱਕ ਕਰਨਾਟਕਾ ਦਾ। ਕਰਨਾਟਕਾ ਗਵਰਨਮੈਂਟ ਇਹ ਕਹਿੰਦੀ ਆ, ਇਹ ਪਿਛਲੀ ਪੈਰਵਾਈ ਹੋਈ ਆ, ਕੁਝ ਪੈਨਲਸ ਵੱਲੋਂ ਵੀ ਹੋਈ ਆ, ਕੁਝ ਸਾਡੇ ਬੰਦੇ ਵੀ ਗਏ ਨੇ, ਉਹ ਕਹਿੰਦੇ ਨੇ ਤੁਸੀਂ ਪੰਜਾਬ ਦੇ ਚੀਫ ਮਿਨਿਸਟਰ ਤੋਂ ਜਾਂ ਪੰਜਾਬ ਦੇ ਗਵਰਨਰ ਤੋਂ ਇੱਕ ਲੈਟਰ ਲਿਖਾ ਕੇ ਦਿਓ ਕਿ ਇਹ ਬੰਦੇ ਨੂੰ ਛੱਡ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਛੱਡ ਦਿਆਂਗੇ। ਪਰ ਉਹ ਇੰਨੀ ਗੱਲ ਵੀ ਕਰਨ ਨੂੰ ਤਿਆਰ ਨਹੀਂ ਹੈਗੇ। ਉਹ ਸਟੇਟ ਸਬਜੈਕਟ ਹੋਣ ਕਰਕੇ, ਕਿਉਂਕਿ ਕੇਸ ਕਰਨਾਟਕਾ ਦਾ, ਕਰਨਾਟਕਾ ਦੇ ਸੀਐਮ ਜਾਂ ਕਰਨਾਟਕਾ ਦੇ ਗਵਰਨਰ ਨੇ ਡਿਸੀਜਨ ਲੈਣਾ। ਪਰ ਸਾਡੇ ਬੰਦੇ ਦੇਖੋ ਕਿੱਦਾਂ ਦੇ ਨੇ, ਪੰਜਾਬ ਦੇ ਵਸਿੰਦੇ ਜਿਹੜੇ ਪੰਜਾਬ ਦੀਆਂ ਵੋਟਾਂ ਲੈ ਕੇ ਪੰਜਾਬ ਦਾ ਨਹੀਂ ਹੱਕ ਪੂਰਾ ਕਰ ਪਾ ਰਹੇ, ਉਹ ਮਨਾ ਕਰ ਦਿੰਦੇ ਨੇ ਨਹੀਂ ਅਸੀਂ ਕਰ। ਜਿਹੜੀ ਮੰਤਰੀ ਨਾਲ ਗੱਲ ਹੋਈ ਸੀ, ਜੋ ਲੋਕਲ ਬਾਡੀ ਮੰਤਰੀ ਨੇ ਪੰਜਾਬ ਭਵਨ ਦੇ ਵਿੱਚ 8 ਫਰਵਰੀ ਨੂੰ, ਉਹਨਾਂ ਨੂੰ ਇਹ ਗੱਲ ਰੱਖੀ, ਉਹਨਾਂ ਦਾ ਕੋਈ ਰਿਪਲਾਈ ਦੁਬਾਰੇ ਆਇਆ ਤੁਹਾਡੇ ਕੋਲ? ਦੇਖੋ, ਜਦੋਂ ਅਸੀਂ ਭੁੱਲਰ ਸਾਹਿਬ ਦੀ ਗੱਲ ਉੱਥੇ ਰੱਖੀ ਆ ਤੇ ਉਹ ਬੜਾ ਆਪਣੇ ਆਪ ਨੂੰ ਜਿਹੜਾ ਇਹ ਐਗਰੈਸਿਵ ਨਹੀਂ, ਉਹ ਇਹ ਗੱਲ ਕਰਦੇ ਸੀ ਕਿ ਮੈਨੂੰ ਤਾਂ ਪਤਾ ਹੀ ਨਹੀਂ ਕਿ ਉਹਨਾਂ ਦੀ ਸਜ਼ਾ ਮਾਫ ਹੋ ਗਈ ਆ ਸੈਂਟਰਲ ਗਵਰਨਮੈਂਟ ਵੱਲੋਂ। ਮੈਂ ਉਹਨਾਂ ਨੂੰ ਕਿਹਾ ਜੀ ਮੈਂ ਤੁਹਾਨੂੰ ਨੋਟੀਫਿਕੇਸ਼ਨ ਦਿਖਾ ਦਿੰਦਾ। ਕਹਿੰਦਾ ਜੀ ਤੁਸੀਂ ਦੱਸੋ ਕਿਹਦੇ ਨਾਲ ਗੱਲ ਕਰਨੀ ਹੈ। ਮੈਂ ਕਿਹਾ ਗੱਲ ਕੀ ਕਰਨੀ ਹੈ, ਤੁਸੀਂ ਆਪਣੇ ਦਿੱਲੀ ਦੇ ਚੀਫ ਮਿਨਿਸਟਰ ਨੂੰ ਕਹੋ ਕਿ ਤੁਸੀਂ 4 ਸਾਲ ਹੋ ਗਏ ਆ, 6 ਵਾਰੀ ਮੀਟਿੰਗ ਅਡਜਨ ਕਰਤੀ ਆ, ਤੁਸੀਂ ਰਿਹਾ ਕਰੋ ਉਹਨਾਂ ਨੂੰ। ਕਹਿੰਦਾ ਜੀ ਅਸੀਂ ਟੌਪ ਲੈਵਲ 'ਤੇ ਅੱਜ ਹੀ ਗੱਲ ਕਰ ਦਿੰਦੇ ਆ। ਮਤਲਬ ਕਿ ਉਹਨੂੰ ਬੰਦੇ ਨੂੰ ਕੈਬਨਿਟ ਮਿਨਿਸਟਰ ਹੋਵੇ ਤੇ ਉਹਨੂੰ ਇਹ ਨਹੀਂ ਪਤਾ ਕਿ 2019 ਦੇ ਵਿੱਚ ਭੁੱਲਰ ਨੂੰ ਨੋਟੀਫਿਕੇਸ਼ਨ ਕਰਾਈ ਉਹਨਾਂ ਨੂੰ ਕੋਈ ਰਿਲੀਜ਼ ਕਰਨ ਦੀ ਗੱਲ ਹੋਈ ਆ। ਜਦੋਂ ਜਗਤਾਰ ਸਿੰਘ ਹਵਾਰਾ ਸਾਹਿਬ ਦੇ 25 ਸਾਲ ਪੁਰਾਣੇ ਕੇਸਾਂ ਦੀ ਗੱਲ ਕੀਤੀ ਕਿ ਕਹਿੰਦਾ ਜੀ ਮੈਨੂੰ ਇਹ ਵੀ ਨਹੀਂ ਪਤਾ। ਉਹਦਾ ਇੱਕ ਆਫੀਸਰ ਸੀ ਡਾਇਰੈਕਟਰ ਪ੍ਰੋਸੀਕਿਊਸ਼ਨ ਪੰਜਾਬ, ਉਹ ਕਹਿੰਦਾ ਜੀ ਮੈਨੂੰ ਵੀ ਨਹੀਂ ਪਤਾ। ADGP ਅਰਪਿਤ ਸ਼ੁਕਲਾ ਸੀ, ਉਹ ਕਹਿੰਦਾ ਜੀ ਵੈਰੀ ਸ਼ੇਮ ਜੇ ਕੋਈ ਇਦਾਂ ਦੀ ਗੱਲ ਹੈਗੀ। ਮਤਲਬ ਕਿ ਉਹ ਇਦਾਂ ਦੇ ਸਿਸਟਮ ਨਾਲ ਉਹ ਬੈਠੇ, ਕੋਈ ਉਹਨਾਂ ਦੀ ਤਿਆਰੀ ਨਹੀਂ ਸੀ। ਹਾਰ ਕੇ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਕਿ ਜੇ ਤੁਸੀਂ ਕੈਬਨਿਟ ਦੀ ਮੀਟਿੰਗ ਕਰ ਰਹੇ ਹੋ, ਆਪਣੇ ਅਫਸਰਾਂ ਨੂੰ ਕਹੋ ਪੂਰੀ ਤਿਆਰੀ ਕਰਕੇ ਆਉਣਾ, ਅਸੀਂ ਤਿਆਰ ਬੈਠੇ ਹਾਂ। ਸੋ ਉਹਨਾਂ ਦਾ ਜਿਹੜਾ ਰਵੱਈਆ ਸੀ ਇੱਕਦਮ ਇਗਨੋਰੈਂਸ ਵਾਲਾ ਸੀ, ਕੋਈ ਤਿਆਰੀ ਨਹੀਂ ਸੀ। ਹਾਂ, ਇੱਕ ਗੱਲ ਉਹ ਦੁਬਾਰਾ ਕਰੀ ਜਾਂਦੇ ਸੀ ਕਿ ਡੈਟਰ ਐਂਡ ਪਨਿਸ਼ਮੈਂਟ ਤੇ ਅਸੀਂ ਬਾਰ-ਬਾਰ DO ਲਿਖ ਰਹੇ ਹਾਂ ਅਮਿਤ ਸ਼ਾਹ ਨੂੰ, ਹੋਮ ਮਿਨਿਸਟਰ ਨੂੰ, ਕਿ ਜਿਹੜਾ ਬੇਅਦਬੀਆਂ ਦੇ ਕਾਨੂੰਨ, ਜਿਹੜੇ ਕਾਨੂੰਨ ਤੇ ਉਮਰ ਕੈਦ ਦੀ ਸਜ਼ਾ ਤੇ ਜੋ ਅਸੀਂ ਕਿਹਾ ਸੀ ਤੁਸੀਂ DO ਕਿਉਂ ਲਿਖਦੇ ਹੋ, ਤੁਹਾਡੀਆਂ ਲੱਤਾਂ ਨੂੰ ਕੀ ਹੋਇਆ, ਕਿਸੇ ਇੱਕ ਮੰਤਰੀ ਦੀ ਡਿਊਟੀ ਲਾ ਦਿਓ ਉੱਥੇ ਬੈਠ ਜਾਣ ਕਿ ਸਾਡੇ ਤੇ ਪੰਜਾਬ 'ਚ ਬਹੁਤ ਬੁਰੀ ਹਾਲਤ ਆ ਤੇ ਤੁਸੀਂ DO ਲਿਖ ਕੇ ਆਪਣੀ ਗੱਲ ਸਾਰੀ ਜਾਣੇ। ਉਹ ਕਹਿੰਦੇ ਜੀ ਅਸੀਂ ਪਰਸਨਲੀ ਕਿਸੇ ਮਿਨਿਸਟਰ ਦੀ ਡਿਊਟੀ ਲਾਵਾਂਗੇ ਜਿਹੜਾ ਜਲਦੀ ਹੋਏਗਾ। ਉਹ ਮਾਮਲਾ ਸ਼ਾਇਦ ਕਿਸੇ ਬੰਨੇ ਜਲਦੀ ਲੱਗ ਜਾਏ। ਪਰ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆ, ਉਹਦੇ 'ਚ ਕੇਜਰੀਵਾਲ ਸਰਕਾਰ ਦਾ ਬਹੁਤ ਅੜੀਅਲ ਰਵੱਈਆ। ਦਿੱਲੀ ਦੇ ਵਿੱਚ ਪ੍ਰੋਫੈਸਰ ਜਿਹੜਾ ਭੁੱਲਰ ਸਾਹਿਬ ਨੂੰ ਨਹੀਂ ਛੱਡਣਾ ਚਾਹੁੰਦੇ ਔਰ ਇੱਥੋਂ ਇਹ ਮਤਾ ਨਹੀਂ ਪਾਉਣਾ ਚਾਹੁੰਦੇ। ਔਰ ਪਬਲਿਕ ਓਪੀਨੀਅਨ ਸਾਡੇ ਨਾਲ ਆ, ਡੈਮੋਕ੍ਰੇਸੀ ਦੀ ਸਪਿਰਿਟ ਆ। ਲੋਕ ਜੋ ਫੈਸਲਾ ਕਰਨਗੇ ਉਹ ਸਰਕਾਰ ਨੂੰ ਮੰਨਣਾ ਪਏਗਾ, ਲੋਕ ਨਾਲ ਨੇ, ਇਹਨਾਂ ਨੂੰ ਮਜਬੂਰਨ ਪਾਉਣਾ ਪਏਗਾ। 8 ਫਰਵਰੀ ਨੂੰ ਇੰਦਰਵੀਰ ਸਿੰਘ ਤੁਹਾਡੀ ਨਿੱਜਰ ਨਾਲ ਡਿਟੇਲ ਮੀਟਿੰਗ ਹੋਈ, ਉਸ ਤੋਂ ਬਾਅਦ ਕੋਈ ਦੁਬਾਰੇ ਕਿਸੇ ਨਾਲ ਮੀਟਿੰਗ ਤੈਅ ਹੋਈ, ਕੋਈ ਤੁਹਾਨੂੰ ਬੁਲਾਵਾ ਆਇਆ? ਦੇਖੋ, ਪੰਜਾਬ ਪੁਲਿਸ ਦੇ ਹਾਇਰ ਆਫੀਸਰਸ ਨੇ ਉਹ ਜਿਹੜਾ ਬਾਰ-ਬਾਰ ਸਾਨੂੰ ਇਹ ਗੱਲ ਤੇ ਕਹਿੰਦੇ ਕਿ ਤੁਸੀਂ ਮੀਟਿੰਗ ਕਰੋ। ਅਸੀਂ ਬਾਰ-ਬਾਰ ਇਹ ਬੇਨਤੀ ਕਰ ਰਹੇ ਹਾਂ ਕਿ ਅਸੀਂ ਯਾਰ ਕਿਸੇ ਮਿਨਿਸਟਰ ਨਾਲ ਚਾਹ ਪੀ ਕੇ ਫੋਟੋ ਖਿਚਾਉਣੀ ਨਹੀਂ ਆ, ਸਾਨੂੰ ਕੋਈ ਏਡੀ ਲੋੜ ਨਹੀਂ ਆ, ਅਸੀਂ ਕੋਈ ਸਿਆਸੀ ਲਾਹਾ ਨਹੀਂ ਲੈਣਾ। ਅਸੀਂ ਤਾਂ ਇਹ ਕਹਿੰਦੇ ਹਾਂ ਤੁਸੀਂ ਜਿੰਨਾ ਤੱਕ ਉਹਨਾਂ ਦੀ ਮਨਸ਼ਾ ਕਲੀਅਰ ਨਹੀਂ ਹੁੰਦੀ,
ਉਹ ਕਰ ਦੇਣਾ, ਅਸੀਂ ਮੈਮੋਰੈਂਡਮ ਦਿੱਤੇ ਹੋਏ ਨੇ, ਉਹ ਰਿਹਾਈ ਕਰ ਦੇਣਾ। ਅਸੀਂ ਕੀ ਕਰਨਾ? ਰੈਜ਼ੋਲੂਸ਼ਨ ਪਾ ਦੇਣ, ਅਸੀਂ ਮਿਲਣ ਨੂੰ ਕੀ ਕਰਨਾ? ਜੇ ਕਿਤੇ ਟੈਕਨੀਕੈਲਿਟੀ ਹੈ, ਕੁਝ ਸਮਝਣਾ ਫਿਰ ਅਸੀਂ ਚਲੇ ਜਾਂਦੇ ਹਾਂ। ਹਾਲਾਂਕਿ ਹਜੇ ਤੱਕ ਉਹਨਾਂ ਦੀ ਮਨਸ਼ਾ ਕਲੀਅਰ ਨਹੀਂ ਹੈਗੀ। ਉਹ ਪਤਾ ਨਹੀਂ ਕਿਹੜੇ ਦੁਤੱਚੀ 'ਚ ਫਸੇ ਨੇ, ਖਾਸ ਕਰਕੇ ਉਹ ਪ੍ਰੋਡਕਸ਼ਨ ਕਰਨ ਨੂੰ ਨਹੀਂ ਤਿਆਰ। ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦਾ ਜਿਹੜਾ 31 ਨੰਬਰ FIR 1998 ਦਾ ਕੇਸ ਹੈ, ਇੱਕ 2005 ਦਾ ਮੋਹਾਲੀ 'ਚ ਕੇਸ ਆ, 2 ਕੇਸ 2005 ਦੇ ਚੰਡੀਗੜ੍ਹ 'ਚ ਨੇ, ਉਹਨਾਂ 'ਚ ਪ੍ਰੋਡਕਸ਼ਨ ਕਰਨ ਨੂੰ ਨਹੀਂ ਤਿਆਰ ਤੇ ਰਿਹਾਈ ਕਿੱਥੋਂ ਕਰ ਦੇਣਗੇ? ਜਿੰਨਾ ਤੱਕ ਪ੍ਰੋਡਕਸ਼ਨ ਨਹੀਂ ਕਰਦੇ ਉਹਨਾਂ ਤੱਕ ਸਾਡੀ ਇਹਨਾਂ ਨਾਲ ਗੱਲ ਅੱਗੇ ਨਹੀਂ ਚੱਲ ਪਾਉਣੀ। ਇੱਥੋਂ ਇਹ ਕਲੀਅਰ ਹੁੰਦਾ ਕਿ ਜੇ ਉਹ ਕੇਸ ਹੀ ਨਹੀਂ ਖਤਮ ਕਰਨਗੇ ਤੇ ਪ੍ਰੋਡਕਸ਼ਨ ਕਿੱਥੋਂ ਕਰਨਗੇ ਤੇ ਰਿਹਾਈ? 4 ਕੇਸਾਂ ਦੇ ਵਿੱਚ ਹਜੇ ਪ੍ਰੋਪਰ ਟ੍ਰਾਇਲ ਨਹੀਂ ਚੱਲਿਆ ਤੁਹਾਡੇ ਮੁਤਾਬਕ? ਟ੍ਰਾਇਲ ਕੀ ਚਾਰਜ ਹੀ ਨਹੀਂ ਲੱਗਿਆ ਜੀ। ਚਾਰਜ ਤਾਂ ਲੱਗਣਾ ਜਦੋਂ ਇਹ ਇੱਥੇ ਆਉਣਗੇ ਕਿ ਕੋਰਟਾਂ 'ਚ ਪੇਸ਼ ਕਰਨਗੇ। ਉਹ ਇਹ ਕਹੀ ਜਾਂਦੇ ਨੇ ਜੀ ਲਾਅ ਐਂਡ ਆਰਡਰ ਸਿਚੁਏਸ਼ਨ ਖਰਾਬ ਆ, ਸਾਡੇ ਕੋਲ ਸਿਕਿਉਰਿਟੀ। ਬਲਵੰਤ ਰਾਜੋਆਣਾ ਨੂੰ PGI ਉੱਥੇ ਲੈ ਕੇ ਆਏ ਰਜਿੰਦਰਾ ਹਸਪਤਾਲ ਦੇ ਵਿੱਚ, ਬਾਹਰ ਜਦੋਂ ਵੱਡੇ ਵੱਡੇ ਕੈਦੀਆਂ ਨੂੰ ਸਾਰਿਆਂ ਨੂੰ ਲਿਆਂਦਾ ਜਾ ਰਿਹਾ, ਹਵਾਰੇ ਵਾਲੇ ਮਾਮਲੇ 'ਚ ਫਿਰ ਕੀ ਦਿੱਕਤ ਹੈ? ਦੇਖੋ ਇਹੋ ਹੀ ਡਿਸਕ੍ਰਿਮੀਨੇਸ਼ਨ ਆ, ਇਹੋ ਹੀ ਅਸੀਂ ਵਾਰ-ਵਾਰ ਆਫੀਸਰਸ ਨੂੰ ਕਹਿ ਰਹੇ ਹਾਂ। ਜੇ ਇਹੋ ਹੀ ਇੰਦਰਬੀਰ ਸਿੰਘ ਨਿੱਜਰ ਨੂੰ ਕਿਹਾ ਸੀ ਕਿ ਤੁਸੀਂ ਰਾਮ ਰਹੀਮ ਦੀ ਜਦੋਂ ਪ੍ਰੋਲ ਕਰਦੇ ਹੋ, ਇੱਕੋ ਹੀ ਵਰਲਡ 'ਚ ਐਗਜ਼ਾਮਪਲ ਆ ਕਿ ਇੱਕ ਕੈਦੀ ਨੂੰ ਪ੍ਰੋਲ ਦਿੱਤੀ ਜਾਂਦੀ, ਨਾਲ ਜੈਡ ਸਿਕਿਉਰਿਟੀ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਹੈਰੀ ਚੱਠਾ ਜਾਂ ਹੋਰ ਗੈਂਗਸਟਰਸ ਨੂੰ ਜਦੋਂ ਪੇਸ਼ ਕਰਦੇ ਹੋ, ਉਦੋਂ ਤੁਹਾਡੇ ਕੋਲ ਸਿਕਿਉਰਿਟੀ ਦਾ ਪ੍ਰਬੰਧ, ਉਦੋਂ ਬਖਤਰਬੰਦ ਗੱਡੀਆਂ ਵੀ ਆ ਜਾਂਦੀਆਂ, ਹੈਲੀਕਾਪਟਰ ਵੀ ਆ ਜਾਂਦੇ ਆ। ਜਗਤਾਰ ਸਿੰਘ ਹਵਾਰਾ ਦਾ ਕਾਨੂੰਨੀ ਰਾਈਟ ਆ, ਉਹਨੂੰ ਕਿਉਂ ਨਹੀਂ ਕਰਦੇ ਤੁਸੀਂ? ਉਹ ਇਸ ਗੱਲ ਤੇ ਉਹਨਾਂ ਦਾ ਕੋਈ ਜਵਾਬ ਨਹੀਂ ਹੈਗਾ। ਜਥੇ ਵੀ 31 ਮੈਂਬਰੀ ਇਸੇ ਕਰਕੇ ਭੇਜੇ ਜਾ ਰਹੇ ਨੇ ਕਿ ਤੁਸੀਂ ਸਾਡਾ ਬੰਦਾ ਪੇਸ਼ ਕਰੋ। ਔਰ ਇਹ ਗੱਲ ਕੀਤੀ ਜਾ ਰਹੀ ਹੈ ਕਿ CM ਰੈਸ ਦੇ ਬਾਹਰ 5 ਬੰਦਿਆਂ ਦਾ ਜਥਾ ਜਾਵੇ, ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰੇ ਔਰ ਅਰਦਾਸ ਕਰੇ ਕਿ ਇਸ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸੱਚੇ ਪਾਤਸ਼ਾਹ ਸਮੱਤ ਬਖਸ਼ੋ, ਇਨਸਾਫ ਕਰਨ ਦੀ ਹਿੰਮਤ ਦਿਓ। ਹੋਰ ਕੀ ਮੰਗਦੇ ਆ? 5 ਬੰਦੇ ਕਦੋਂ ਜਾਣਗੇ ਤੁਹਾਡੇ? ਕਦੋਂ ਮੰਗ ਹੈ ਉਹ ਦੇਖੋ ਜੀ, 31 ਮੈਂਬਰਾਂ 'ਚੋਂ ਜਦੋਂ ਜਥਾ ਜਾਂਦਾ ਹੈ, 7 ਤਰੀਕ ਨੂੰ SSP ਚੰਡੀਗੜ੍ਹ ਦੇ ਨਾਲ ਮੇਰੀ ਆਪਣੀ ਗੱਲ ਹੋਈ। ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ 144 ਦਾ ਹਵਾਲਾ ਦਿੰਦੇ ਹੋ, 5 ਬੰਦਿਆਂ ਤੇ 44 ਟਰੈਕਟ ਨਹੀਂ ਹੁੰਦੀ, ਤੇ ਤੁਸੀਂ 5-5 ਬੰਦਿਆਂ ਦੇ ਜਥੇ ਭੇਜੋ, ਇੱਕ ਗੱਡੀ ਅੱਗੇ ਲਾ ਲਓ, ਇੱਕ ਪਿੱਛੇ ਲਾ ਲਓ, ਉਹ ਜਾਪ ਕਰਕੇ ਵਾਪਸ ਆ ਜਾਣਗੇ, ਉਸ ਤੋਂ ਬਾਅਦ ਅਗਲਾ ਜਥਾ ਭੇਜ ਦਿਓ। ਉਹ ਇਸ ਗੱਲ ਨੂੰ ਵੀ ਨਹੀਂ ਮੰਨਦੇ। ਹੁਣ ਅਗਲਾ ਕੋਈ ਜਿਹੜਾ ਅਸੀਂ ਪ੍ਰੋਗਰਾਮ ਦੇਵਾਂਗੇ ਜਲਦ ਤੁਹਾਡੇ ਸਾਹਮਣੇ ਦੱਸ ਕੇ ਫਿਰ ਪਬਲਿਕਲੀ ਅਨਾਉਂਸ ਕਰਕੇ ਭੇਜਾਂਗੇ। ਮੇਰਾ ਸਵਾਲ 8 ਬੰਦੀ ਸਿੰਘਾਂ ਦੀ ਤਾਂ ਰਹੀ ਸੰਭਾਵਨਾ ਹੈਗੀ ਆ, ਹਵਾਰੇ ਜੋ ਜਗਤਾਰ ਸਿੰਘ ਹਵਾਰਾ ਨੇ ਉਹਦੇ ਮਾਮਲੇ 'ਚ ਥੋੜਾ ਕਾਨੂੰਨੀ ਅੜਚਨ ਆ ਸਕਦੀ ਆ। ਰਵਨੀਤ ਬਿੱਟੂ ਨੂੰ ਵੀ ਕਿਹਾ ਕਿ ਬੰਦੀ ਸਿੰਘ ਨੂੰ ਰਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਦੁਬਾਰੇ ਮਾਹੌਲ ਖਰਾਬ ਕਰ ਸਕਦੇ ਨੇ। ਸੋ ਹਵਾਰਾ ਵਾਲੇ ਮਾਮਲੇ ਦੇ ਵਿੱਚ ਕਾਨੂੰਨੀ ਨੁਕਤਾ ਨਿਗਾਹ ਤੋਂ ਸਾਰੇ ਮਸਲੇ ਦਾ ਕੀ ਹੱਲ ਹੈ? ਦੇਖੋ ਇੱਕ ਗੱਲ ਮੈਂ ਪਹਿਲਾਂ ਬੇਨਤੀ ਕੀਤੀ, ਆਰਟੀਕਲ 72 ਥੱਲੇ ਪ੍ਰੈਜ਼ੀਡੈਂਟ ਕੋਲ ਬਹੁਤ ਵੱਡੀ ਪਾਵਰ ਆ। ਉਹ ਜਿੱਡਾ ਮਰਜ਼ੀ ਵੱਡਾ ਕ੍ਰਾਈਮ ਹੋਵੇ ਉਹ ਖਤਮ ਕਰ ਸਕਦਾ, ਉਹ ਰਿਹਾ ਕਰ ਸਕਦਾ। ਪ੍ਰੈਜ਼ੀਡੈਂਟ ਸੈੱਟ ਆ ਕਿ ਰਾਜੀਵ ਗਾਂਧੀ ਦੇ ਕਾਤਲ ਛੱਡੇ ਆ, ਜੇ ਪੈਰੀ ਰਵੈਲਨ ਨੂੰ ਛੱਡਿਆ ਜਾ ਸਕਦਾ, ਜਗਤਾਰ ਸਿੰਘ ਹਵਾਰੇ ਨੂੰ ਵੀ ਛੱਡੇ। ਕੇਂਦਰ ਸਰਕਾਰ ਕੈਬਨਿਟ ਦੇ ਵਿੱਚ ਮਤਾ ਪਾਸ ਕਰਕੇ ਕੋਈ ਕਾਨੂੰਨ ਬਣਾ ਕੇ ਜਾਂ ਫਿਰ ਲੋਕ ਸਭਾ ਦੇ ਵਿੱਚ ਕੋਈ ਐਕਟ ਬਣਾ ਕੇ ਗਵਰਨਰ ਕੋਲ ਭੇਜਣ, ਉਹਦੇ ਕੋਲ ਰਾਸ਼ਟਰਪਤੀ ਕੋਲ ਭੇਜਣ। ਉਹਨਾਂ ਨੂੰ ਲੋੜ ਨਹੀਂ। ਸੰਵਿਧਾਨ ਦੀ ਧਾਰਾ 72 ਉਹਦੇ ਤਹਿਤ ਪਾਵਰ ਹੈਗੀ ਆ ਪ੍ਰੈਜ਼ੀਡੈਂਟ ਕੋ, ਉਹ ਕਰ ਸਕਦਾ ਹੈ ਜੀ। ਕੋਈ ਨਵਾਂ ਐਕਟ ਬਣਾਉਣ ਦੀ ਲੋੜ ਨਹੀਂ। ਟਰੈਕਟਰ ਨਹੀਂ ਕਰੇਗਾ ਜਾਂ ਫਿਰ ਗ੍ਰਹਿ ਮੰਤਰਾਲਾ ਘੱਟੋ ਘੱਟ ਭੇਜੇਗਾ। ਰਿਕਮੈਂਡੇਸ਼ਨਸ ਹੈਗੀਆਂ ਨੇ, ਮਿਨਿਸਟਰੀ ਆਫ ਹੋਮ ਅਫੇਅਰਸ ਨੇ ਦੇਣੀਆਂ ਨੇ। ਪ੍ਰੈਜ਼ੀਡੈਂਟ ਉਹਨਾਂ ਕੋਲ ਸੈੱਟ ਹੈਗਾ ਕਿ ਰਾਜੀਵ ਗਾਂਧੀ ਦੇ ਕਾਤਲ ਹਿਊਮਨਟੇਰੀਅਨ ਗਰਾਊਂਡ ਤੇ ਛੱਡੇ ਨੇ, ਇਹ ਵੀ ਛੱਡੇ ਨੇ। ਇੱਕ ਜਿਹੜਾ ਖਦਸ਼ਾ ਜਾਂ ਤੁਸੀਂ ਦੱਸਦੇ ਆ ਜਾਂ ਰਵਨੀਤ ਬਿੱਟੂ ਗੱਲ ਕਰਦਾ ਕਿ ਉਹਨਾਂ ਨੇ ਫੇਰ ਆ ਕੇ ਕ੍ਰਾਈਮ ਕਰ ਦੇਣਾ ਜਾਂ ਟੈਰਰਿਜ਼ਮ ਫੈਲਾ ਦੇਣਾ, ਇਸ ਬੁਨਿਆਦ ਤੇ ਜਿਹੜਾ ਕਾਨੂੰਨ ਨਹੀਂ ਚੱਲਦਾ। ਜੇ ਉਹ ਦੁਬਾਰਾ ਆ ਕੇ ਕੋਈ ਐਕਟੀਵਿਟੀ ਕਰਦੇ ਨੇ, ਪੁਲਿਸ ਵੀ ਇੱਥੇ, ਅਦਾਲਤਾਂ ਵੀ ਇੱਥੇ ਆ, ਜੇਲ੍ਹਾਂ ਵੀ ਇੱਥੇ ਨੇ, ਪਰ ਕਦੀ ਇਹ ਜ਼ਿੰਦਗੀ 'ਚ ਇਹ ਨਹੀਂ ਹੋ ਸਕਦਾ ਕਿ ਇਹ ਸੋਚਿਆ ਜਾਵੇ ਕਿ ਇਹ ਬੰਦੇ ਨੂੰ ਰਿਹਾ ਨਾ ਕਰੋ ਕਿ ਇਹਨੇ ਦੁਬਾਰਾ ਇਹ ਕੰਮ ਕਰ ਦੇਣਾ। ਫਿਰ ਤਾਂ ਕਦੀ ਚੋਰ ਨੂੰ ਵੀ ਨਾ ਛੱਡੋ, ਚੋਰ ਦੀ ਵੀ ਕਦੀ ਰਿਹਾਈ ਨਾ ਕਰੋ ਕਿ ਯਾਰ ਇਹਨੇ ਚੋਰੀ ਕਰਨੀ ਆ, ਇਹ ਚੋਰ ਹੈਗਾ, ਇਹਨੇ ਦੁਬਾਰਾ ਕਰ ਲੈਣੀ, ਇਹ ਰੇਪਿਸਟ ਹੈਗਾ, ਇਹਨੇ ਰੇਪ ਦੁਬਾਰਾ ਕਰ ਦੇਣਾ, ਜਾਂ ਇਹ ਠੱਗ ਹੈਗਾ, ਇਹਨੇ ਫਿਰ ਠੱਗੀ ਮਾਰ ਲੈਣੀ। ਇਹ ਗੱਲ ਤੇ ਕਾਨੂੰਨ ਨਹੀਂ ਚੱਲਦਾ। ਕਾਨੂੰਨ ਤੇ ਇਹ ਚੱਲਦਾ, ਫਿਰ ਤਾਂ ਪੱਕੀਆਂ ਜੇਲ੍ਹਾਂ ਬਣਾ ਦਿਓ, ਬੰਦੇ ਰਹਿਣ। ਮਤਲਬ ਕਿ ਕਾਨੂੰਨ ਤੋਂ ਮੰਨਣਾ ਪਏਗਾ ਨਾ। ਇਹਨਾਂ ਨੇ ਕ੍ਰਾਈਮ ਕੀਤਾ, ਇਹਨਾਂ ਨੇ ਸਜ਼ਾ ਭੁਗਤ ਲਈ, ਹੁਣ ਛੱਡ ਦਿਓ। ਜੇ ਦੁਬਾਰਾ ਕਰਨਗੇ ਤੁਹਾਡੀਆਂ ਜੇਲ੍ਹਾਂ ਵੀ ਇੱਥੇ ਆ ਤੇ ਪੁਲਿਸ ਵੀ ਇੱਥੇ ਆ। ਜਿਹੜੇ 9 ਬੰਦੀ ਸਿੰਘ ਨੇ ਇਹਨਾਂ ਚੋਂ ਜੇਲ੍ਹ ਬ੍ਰੇਕਿੰਗ ਵਾਲੇ ਮਾਮਲੇ ਨਾਲ ਕਿਹੜੇ ਸੰਬੰਧਿਤ ਨੇ? ਬੜੈਲ ਜੇਲ੍ਹ ਜੋ ਤੋੜੀ ਸੀ, ਉਹ ਜਿਹੜੀ ਉਹ ਦੁਬਾਰੇ ਧਾਰਾ ਲੱਗੀ ਸੀ, ਉਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜਥੇਦਾਰ ਹਵਾਰਾ ਹੋਰੀ। ਦੇਖੋ ਉਹਦੇ ਵਿੱਚ ਜਗਤਾਰ ਸਿੰਘ ਹਵਾਰਾ ਸਾਹਿਬ ਸੀ, ਪਰਮਜੀਤ ਸਿੰਘ ਪਿਓਰਾ ਸੀ ਤੇ ਜਗਤਾਰ ਸਿੰਘ ਤਾਰਾ ਸੀ। 3 ਬੰਦਿਆਂ ਨੇ ਜੇਲ੍ਹ ਬ੍ਰੇਕ ਕੀਤੀ ਸੀ। ਇੱਕ ਦੇਵੀ ਲਾਲ ਨਾਂ ਦਾ ਨੇਪਾਲੀ ਸੀ, ਉਹ ਤੇ ਬਾਅਦ ਦੇ ਵਿੱਚ ਨੇਪਾਲ ਕ੍ਰਾਸ ਕਰ ਗਿਆ ਸੀ ਨਾ, ਉਹਨੂੰ ਕਿਸੇ ਨੇ ਲੱਭਣ ਦੀ ਕੋਸ਼ਿਸ਼ ਕੀਤੀ। ਦੇਖੋ ਜੇਲ੍ਹ ਬ੍ਰੇਕ ਆਫੈਂਸ ਹੈਗਾ, IPC ਦੇ ਵਿੱਚ ਉਹਦੀ ਸਜ਼ਾ ਹੈਗੀ ਆ। ਉਹਦੀ ਸਜ਼ਾ ਤੁਸੀਂ ਦੇਖ ਕੇ ਦੇਖੋਗੇ ਤੇ ਬੜੇ ਹੈਰਾਨ ਹੋ ਜਾਓਗੇ। 3 ਸਾਲ ਉਹਦੀ ਸਜ਼ਾ ਹੈ। CGM ਲੈਵਲ ਦਾ ਬੰਦਾ ਉਹਨੂੰ ਟਰਾਇਲ ਕਰ ਦਿੰਦਾ, ਮਤਲਬ ਕਿ ਮੈਜਿਸਟਰੇਟ ਟਰਾਇਲ ਕਰ ਦਿੰਦਾ, ਉਹਦੇ ਵਿੱਚ ਉਹਨਾਂ ਨੇ ਸਜ਼ਾ ਭੁਗਤ ਲਈ ਆ। ਜਗਤਾਰ ਸਿੰਘ ਤਾਰਾ ਦਾ ਸਭ ਤੋਂ ਲਾਸਟ 'ਚ ਹੋਇਆ ਸੀ, CGM ਚੰਡੀਗੜ੍ਹ ਨੇ ਕੀਤੀ ਹੈ, ਉਹਨਾਂ ਨੂੰ ਅੰਡਰਗੋਨ ਕਰਤਾ, ਸਜ਼ਾ ਹੀ ਨਹੀਂ ਸੁਣਾਈ।
ਸੋ ਉਹ ਤੇ ਉਹਨਾਂ ਨੇ ਸਜ਼ਾ ਭੁਗਤ ਲਈ, ਇਹਦੇ ਨਾਲ ਕੋਈ ਨਹੀਂ। ਜੇਲ੍ਹ ਬ੍ਰੇਕਾਂ ਬਹੁਤ ਹੁੰਦੀਆਂ ਨੇ। ਇਹ ਦੂਜੀ ਗੱਲ ਹੈ ਕਿ ਇਹਨਾਂ ਦੀ ਜੇਲ੍ਹ ਬ੍ਰੇਕ ਜ਼ਿਆਦਾ ਫੇਮਸ ਹੋਈ ਆ। ਜਿਹੜਾ ਸ਼ੇਰ ਸਿੰਘ ਰਾਣਾ ਸੀ ਉਹਨੇ ਤੇ ਹਾਰਡ ਜੇਲ੍ਹ ਤੋਂ ਭੱਜ ਗਿਆ ਸੀ। ਉਹ ਕਈ ਜੇਲ੍ਹਾਂ ਬ੍ਰੇਕ ਹੋਈਆਂ ਨੇ। ਇਹ ਤੇ ਮਤਲਬ ਕਿ ਇਹਨਾਂ ਨੇ ਹਊਆ ਬਣਾਤਾ ਕਿ ਜੇਲ੍ਹ ਬ੍ਰੇਕ ਹੋ ਗਈ, ਜੇਲ੍ਹ ਬ੍ਰੇਕ ਹੋ ਗਈ। ਰਸਤੇ 'ਚੋਂ ਭੱਜ ਜਾਂਦੇ, ਬਿਸ਼ਨੋਈ ਭੱਜ ਗਿਆ ਸੀਗਾ। ਬਿਲਕੁਲ ਬਿਲਕੁਲ ਹੁੰਦੀਆਂ ਨੇ ਇਹ ਹਊਆ। ਇਹ ਦੇਖੋ ਉਹਨਾਂ ਨੇ ਉਹਦੀ ਸਜ਼ਾ ਕੱਟ ਲਈ ਜੇਲ੍ਹ ਬ੍ਰੇਕ ਦੀ। ਇਹ ਅੜਿੱਕਾ ਨਹੀਂ ਹੈਗੇ ਹੁਣ। ਹਵਾਰਾ ਤੋਂ ਬਿਨਾਂ ਬਾਕੀਆਂ ਦੇ ਜਿਹੜੇ ਹੈਗੇ ਜਿਹੜੇ ਕੇਸ ਨੇ ਉਹ ਕੰਪਲੀਟ ਹੋ ਚੁੱਕੇ ਨੇ। ਦੇਖੋ ਮੈਂ ਤੁਹਾਨੂੰ ਬੇਨਤੀ ਕਰ ਰਿਹਾ, ਉਹਨਾਂ ਨੂੰ ਲਾਈਫ ਦੀ ਸਜ਼ਾ ਸੀ, ਲਾਈਫ। ਕਿਸੇ ਤੇ ਹੋਰ ਤਾਂ ਨਹੀਂ ਕੇਸ ਚੱਲਦੇ? ਜਿਹੜੇ 4 ਕੇਸ ਤੁਸੀਂ ਕਿਹਾ ਜਥੇਦਾਰ ਹਵਾਰਾ ਤੇ ਹਜੇ ਚਲਾਨ ਪੇਸ਼ ਨਹੀਂ ਕੀਤਾ, ਇਟ ਮੀਨਸ ਹਜੇ ਕੋਰਟ ਦੇ ਵਿੱਚ ਕੇਸ ਚੱਲ ਹੀ ਰਹੇ ਨੇ, ਭਾਵੇਂ ਡਿਲੇ। ਹੋਰਾਂ ਤੇ ਤਾਂ ਨਹੀਂ ਕੋਈ ਕੇਸ ਚੱਲਦਾ? ਇੱਕ ਮੈਂ ਪਰਮਜੀਤ ਸਿੰਘ ਭਿਓਰਾ ਸਾਹਿਬ ਦੇ ਪਤਾ ਲੱਗੇ ਕਿ ਕੁਝ ਕੇਸ ਉਹਨਾਂ ਦੇ ਵੀ ਪੈਂਡਿੰਗ ਹੈਗੇ ਨੇ। ਉਹਨਾਂ ਦੀ ਵੀ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਜਲਦ ਤੋਂ ਜਲਦ। ਇੱਕ ਗੱਲ ਹੈਗੀ ਹੈ, ਜਿੱਦਣ ਸੈਂਟਰਲ ਗਵਰਨਮੈਂਟ ਨੇ ਧਈਆ ਕਰ ਲਿਆ ਕਿ ਅਸੀਂ ਛੱਡਣੇ ਆ, ਉਹ ਸਾਰੇ ਕੇਸ ਉਹਨਾਂ ਨੇ ਅੰਡਰ ਕਾਊਂਟ ਕਰ ਲਏ, ਖਤਮ। ਮਾਮਲਾ ਨੀਅਤ ਤੇ ਨੀਤੀ ਨਾਲ ਜੁੜਿਆ ਹੋਇਆ। ਬਿਲਕੁਲ ਬਿਲਕੁਲ, ਜਿੱਦਣ ਸਰਕਾਰ ਨੇ ਚਾਹ ਲਿਆ ਉਹ ਸਾਰੇ ਕੇਸ ਖਤਮ ਕਰ ਦੇਣੇ। ਸੋ ਮਾਮਲਾ ਨੀਅਤ ਅਤੇ ਨੀਤੀ ਨਾਲ ਜੁੜਿਆ ਹੋਇਆ। 9 ਬੰਦੀ ਸਿੰਘਾਂ ਦਾ, ਕੱਲੇ ਬੰਦੀ ਸਿੰਘ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦਿੱਤੀ ਹੈ। ਸਾਡੇ ਨਾਲ ਸੀ ਐਡਵੋਕੇਟ ਦਲਸੇਰ ਸਿੰਘ, ਜੋ ਇਹਨਾਂ ਬੰਦੀ ਸਿੰਘਾਂ ਦੇ ਕੇਸਾਂ ਦੀ ਪੈਰਵਾਈ ਕਰਦੇ ਨੇ। ਬਿਲਕੁਲ ਅਸੀਂ YPS ਦੇ ਵਿੱਚ ਜੋ ਕੌਮੀ ਇਨਸਾਫ ਮੋਰਚਾ ਲੱਗਿਆ ਉੱਥੇ ਖੜੇ ਹਾਂ। ਪੂਰਾ ਜਿਹੜਾ ਇੱਥੇ ਲਗਾਤਾਰ ਅਸੀਂ ਜੁੜੇ ਹਾਂ ਮੋਰਚੇ ਨਾਲ, ਕਈ ਦਿਨ ਤੋਂ ਇੱਥੇ ਆਉਂਦੇ ਰਹਿੰਦੇ ਹਾਂ ਤੇ ਮੋਰਚਾ ਹੁਣ ਲਗਾਤਾਰ ਬੁਲੰਦੀਆਂ ਤੇ ਪਹੁੰਚ ਰਿਹਾ ਹੈ। ਅੱਜ ਵੀ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਸੋ ਸਾਡੀ ਨਜ਼ਰ ਸਾਰੇ ਕਾਸਤੇ ਬਣੀ ਰਹੇਗੀ, ਪਲ ਪਲ ਦੀ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਗਲੋਬਲ ਪੰਜਾਬ TV ਦੇ ਨਾਲ। ਕੈਮਰਾਮੈਨ ਅਜੇ ਦੇ ਨਾਲ ਦਰਸ਼ਨ ਸਿੰਘ ਖੋਖਰ, SS ਨਗਰ ਮੋਹਾਲੀ।